ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਅੱਜ ਦੀ ਇਸ ਸਾਡੀ ਵੀਡੀਓ ਦੇ ਵਿੱਚ। ਤੇ ਅੱਜ ਜਿਸ ਮਹਾਨ ਸ਼ਖਸੀਅਤ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਦਾ ਨਾਮ ਹੈ ਅਕਾਲੀ ਬਾਬਾ ਫੂਲਾ ਸਿੰਘ ਜੀ। ਕਿਉਂਕਿ ਉਹਨਾਂ ਦੀ ਸਿੱਖ ਕੌਮ ਨੂੰ ਤੇ ਖਾਲਸਾ ਰਾਜ ਨੂੰ ਬੜੀ ਵੱਡੀ ਦੇਣ ਹੈ। ਉਹਨਾਂ ਦਾ ਜੀਵਨ ਬਹੁਤ ਸਾਰੇ ਗੁਣਾਂ ਦੇ ਨਾਲ ਭਰਪੂਰ ਹੈ ਤੇ ਇਸ ਕਰਕੇ ਵਿਚਾਰ ਸੀ ਕਿ ਉਹਨਾਂ ਦੇ ਪੂਰੇ ਜੀਵਨ ਨੂੰ ਆਪ ਜੀ ਦੇ ਸਮਕਸ਼ ਜਿਹੜਾ ਉਹ ਵਿਚਾਰਿਆ ਜਾਏ। ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ ਇੱਕ ਸਧਾਰਨ ਪਰਿਵਾਰ ਦੇ ਵਿੱਚ ਬਾਂਗਰ ਦੇ ਇਲਾਕੇ 'ਚ ਪਿੰਡ ਸ਼ੀਹਾਂ ਦੇ ਵਿੱਚ ਭਾਈ ਈਸ਼ਰ ਸਿੰਘ ਜੀ ਦੇ ਘਰ ਵਿੱਚ ਹੋਇਆ। ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਪਿਤਾ ਸਰਦਾਰ ਈਸ਼ਰ ਸਿੰਘ ਜੀ ਉਹ ਵੀ ਇੱਕ ਬੜੇ ਮਹਾਨ ਗੁਰਸਿੱਖ ਤੇ ਮਹਾਨ ਸੂਰਮੇ ਸਨ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦੇ ਉੱਤੇ 6ਵਾਂ ਹਮਲਾ ਕੀਤਾ ਤੇ ਉਸ ਸਮੇਂ ਜਗਰਾਉਂ ਦੇ ਕੋਲ ਜਦੋਂ ਬਹੁਤ ਸਾਰੇ ਸਿੱਖ ਆਗੂ ਤੇ ਸਿੱਖ ਜਥੇ ਇਕੱਠੇ ਹੋਏ ਤੇ ਅਬਦਾਲੀ ਦੇ ਨਾਲ ਮੁਕਾਬਲਾ ਕਰਨ ਦੇ ਉੱਤੇ ਵਿਚਾਰ ਚਰਚਾ ਹੋਣ ਲੱਗੀ ਤਾਂ ਕਿ ਅਬਦਾਲੀ ਦੀ ਫੌਜ ਨੂੰ ਮਾਲਵੇ ਦੇ ਮਾਰੂਥਲਾਂ ਦੇ ਵਿੱਚ ਲਿਜਾਇਆ ਜਾਏ ਤਾਂ ਕਿ ਉੱਥੇ ਪਾਣੀ ਦੀ ਥੁੜ ਤੋਂ ਪਰੇਸ਼ਾਨ ਹੋ ਜਾਣ ਤੇ ਉਹਨਾਂ ਨੂੰ ਮੈਦਾਨੀ ਜੰਗ ਵਿੱਚ ਹਾਰ ਦਿੱਤੀ ਜਾ ਸਕੇ। ਇਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਨਾਲ ਬਹੁਤ ਸਾਰੀਆਂ ਝੜਪਾਂ ਹੋਈਆਂ ਤੇ ਇੱਕ ਝੜਪ ਦੇ ਵਿੱਚ ਜਿਹੜਾ ਅਹਿਮਦ ਸ਼ਾਹ ਅਬਦਾਲੀ ਦਾ 6ਵਾਂ ਹਮਲਾ ਸੀ ਉਹਦੇ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਪਿਤਾ ਸਰਦਾਰ ਈਸ਼ਰ ਸਿੰਘ ਜੀ ਸਨ 1762 ਦੇ ਵਿੱਚ ਜਿਹੜਾ ਉਹ ਸ਼ਹੀਦ ਹੋ ਗਏ। ਕਿਉਂਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਿਹੜਾ ਜਨਮ ਹੈ ਉਹ ਸਨ 1761 ਈਸਵੀ ਦਾ ਹੈ ਤੇ ਸਨ 1762 ਈਸਵੀ ਵਿੱਚ ਆਪ ਜੀ ਦੇ ਪਿਤਾ ਜੀ ਅਬਦਾਲੀ ਦੇ ਨਾਲ ਜੰਗ ਲੜਦਿਆਂ ਹੋਇਆਂ ਸ਼ਹੀਦ ਹੋ ਜਾਂਦੇ ਨੇ। ਤਾਂ ਮਤਲਬ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਉਦੋਂ ਜਿਹੜੀ ਉਮਰ ਸੀ ਉਹ ਲਗਭਗ 1 ਸਾਲ ਸੀ। ਬੜੀ ਛੋਟੀ ਉਮਰ ਦੇ ਵਿੱਚ ਹੀ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਤੇ ਇਹਨਾਂ ਦਾ ਇੱਕ ਛੋਟਾ ਭਰਾ ਵੀ ਸੀ ਜਿਹਦਾ ਨਾਮ ਸੀ ਭਾਈ ਸੰਤ ਸਿੰਘ। ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਪਿਤਾ ਜੀ ਸ਼ਹਾਦਤ ਤੋਂ ਪਹਿਲਾਂ ਅਬਦਾਲੀ ਦੇ ਨਾਲ ਜਿਹੜਾ ਜੰਗ ਹੋਇਆ ਉਸ ਜੰਗ ਲੜਨ ਤੋਂ ਪਹਿਲਾਂ ਆਪਣੇ ਸੁਪੁੱਤਰ ਅਕਾਲੀ ਬਾਬਾ ਫੂਲਾ ਸਿੰਘ ਦਾ ਹੱਥ ਉਹਨਾਂ ਨੇ ਬਾਬਾ ਨਰੈਣ ਸਿੰਘ ਜੀ ਜਿਹੜੇ ਸ਼ਹੀਦਾਂ ਮਿਸਲ ਦੇ ਆਗੂ ਸਨ ਜਥੇਦਾਰ ਸਨ ਉਹਨਾਂ ਦੇ ਹੱਥ ਵਿੱਚ ਫੜਾ ਦਿੱਤਾ ਸੀ। ਇਸ ਕਰਕੇ ਅਕਾਲੀ ਬਾਬਾ ਫੂਲਾ ਸਿੰਘ ਤੇ ਬੜੀ ਛੋਟੀ ਉਮਰ ਤੋਂ ਹੀ ਬਾਬਾ ਨਰੈਣ ਸਿੰਘ ਜੀ ਦੀ ਜਿਹੜੀ ਦੇਖ ਰੇਖ ਦੇ ਵਿੱਚ ਜਿਹੜਾ ਉਹ ਉਹਨਾਂ ਦੀ ਮਿਸਲ ਦੇ ਵਿੱਚ ਰਹਿਣ ਲੱਗ ਪਏ। ਬਚਪਨ ਵਿੱਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ ਆਪ ਜੀ ਨੇ ਬਚਪਨ ਤੋਂ ਹੀ ਗੁਰਬਾਣੀ ਕੰਠ ਕਰਨੀ ਸ਼ੁਰੂ ਕਰ ਦਿੱਤੀ। ਇਤਿਹਾਸ ਕਹਿੰਦਾ ਕਿ 10 ਸਾਲ ਦੀ ਉਮਰ ਤੱਕ ਅਕਾਲੀ ਬਾਬਾ ਫੂਲਾ ਸਿੰਘ ਜੀ ਜਿਨ੍ਹਾਂ ਨੂੰ ਬਹੁਤ ਸਾਰੀਆਂ ਬਾਣੀਆਂ ਕੰਠ ਹੋ ਗਈਆਂ ਸਨ, ਸ਼ਸਤਰ ਵਿਦਿਆ ਦੇ ਵਿੱਚ ਵੀ ਨਿਪੁੰਨ ਹੋ ਗਏ ਸਨ। 10 ਸਾਲ ਦੀ ਉਮਰ ਵਿੱਚ ਆਪ ਜੀ ਬਹੁਤ ਚੰਗੀ ਘੋੜ ਸਵਾਰੀ ਵੀ ਕਰਨ ਲੱਗ ਪਏ ਸਨ ਤੇ ਜਦੋਂ ਕਈ ਵਾਰੀ ਆਪ ਜੀ ਨੂੰ ਕਿਸੇ ਨੇ ਟਹਿਲਦਿਆਂ ਵੇਖਣਾ ਤੇ ਉਦੋਂ ਵੇਖੋ 10-11 ਸਾਲ ਦੀ ਉਮਰ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਨਾਲ ਟਹਿਲਦਿਆਂ ਹੋਇਆਂ ਗੁਰਬਾਣੀ ਦਾ ਨਿਤਨੇਮ ਜਾਂ ਗੁਰਬਾਣੀ ਦਾ ਪਾਠ ਜਾਪ ਜਿਹੜਾ ਉਹ ਕਰਦੇ ਰਹਿੰਦੇ ਸਨ। ਅਕਾਲੀ ਜੀ ਛੋਟੀ ਉਮਰ ਤੋਂ ਹੀ ਬਾਬਾ ਨਰੈਣ ਸਿੰਘ ਜੀ ਦੇ ਜਥੇ ਵਿੱਚ ਰਹਿ ਰਹੇ ਸਨ ਤੇ ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦੇ ਉਹਨਾਂ ਨੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੀ ਸੇਵਾ ਨੂੰ ਵੀ ਜਿਹੜਾ ਉਹ ਸੰਭਾਲਿਆ ਔਰ ਬੜਾ ਸਤਿਕਾਰ ਆਪ ਜੀ ਦਾ ਜਿਹੜਾ ਉਹ ਸ਼ਹੀਦਾਂ ਮਿਸਲ ਦੇ ਵਿੱਚ ਹੋ ਗਿਆ ਸੀ। ਕਿਉਂਕਿ ਆਪ ਜੀ ਦੇ ਚੰਗੇ ਗੁਣਾਂ ਕਰਕੇ, ਆਪ ਜੀ ਦੀ ਚੰਗੀ ਸੋਚ ਕਰਕੇ, ਉੱਚੀਆਂ ਵਿਚਾਰਾਂ ਕਰਕੇ, ਆਪ ਜੀ ਦੇ ਤੇਜ ਪ੍ਰਤਾਪ ਕਰਕੇ ਪੂਰੀ ਸ਼ਹੀਦਾਂ ਮਿਸਲ ਜਿਹੜਾ ਆਪ ਜੀ ਦਾ ਬੜਾ ਸਤਿਕਾਰ ਕਰਦੀ ਸੀ। ਔਰ ਜਦੋਂ ਬਾਬਾ ਨਰੈਣ ਸਿੰਘ ਜੀ ਚੜ੍ਹਾਈ ਕਰ ਗਏ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਚੰਗੇ ਗੁਣਾਂ ਕਰਕੇ, ਉਹਨਾਂ ਦੀ ਚੰਗੀ ਸੋਚ ਕਰਕੇ ਤੇ ਕੌਮੀ ਦਰਦ ਅੰਦਰ ਹੋਣ ਕਰਕੇ ਸ਼ਹੀਦਾਂ ਮਿਸਲ ਦਾ ਜਥੇਦਾਰ ਵੀ ਆਪ ਜੀ ਨੂੰ ਥਾਪ ਦਿੱਤਾ ਗਿਆ। ਉਸ ਤੋਂ ਬਾਅਦ ਅਨੰਦਪੁਰ ਸਾਹਿਬ ਵਿੱਚ ਰਹਿੰਦਿਆਂ ਵੀ ਆਪ ਜੀ ਨੇ ਕਾਫੀ ਸੇਵਾਵਾਂ ਕਰਾਈਆਂ ਤੇ ਬਾਬਾ ਨਰੈਣ ਸਿੰਘ ਜੀ ਦੇ ਸਰੀਰ ਛੱਡ ਜਾਣ ਤੋਂ ਬਾਅਦ ਅਕਾਲੀ ਬਾਬਾ ਫੂਲਾ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਏ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਮਹੰਤ ਜਿਹੜੇ ਆ ਉਹਨਾਂ ਨੇ ਬਹੁਤ ਸਾਰੀਆਂ ਕੁਰੀਤੀਆਂ ਫੈਲਾਈਆਂ ਹੋਈਆਂ ਸਨ, ਆਪਣੀ ਮਨਮਰਜ਼ੀ ਕਰ ਰਹੇ ਸਨ ਤੇ ਗੁਰਦੁਆਰਿਆਂ ਦੇ ਪ੍ਰਬੰਧ ਉਹਨਾਂ ਮਹੰਤਾਂ ਨੇ ਆਪਣੇ ਕਬਜ਼ੇ ਵਿੱਚ ਰੱਖੇ ਹੋਏ ਸਨ। ਅਕਾਲੀ ਬਾਬਾ ਫੂਲਾ ਸਿੰਘ ਜਦੋਂ ਸਨ 1800 ਈਸਵੀ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਤੇ ਆਪ ਜੀ ਨੇ ਆ ਕੇ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਪ੍ਰਬੰਧ ਸੀ ਸ਼੍ਰੀ ਹਰਿਮੰਦਰ ਸਾਹਿਬ ਦਾ ਉਹ ਆਪਣੇ ਹੱਥਾਂ ਵਿੱਚ ਲੈ ਲਿਆ ਔਰ ਬੜੇ ਸੋਹਣੇ ਤਰੀਕੇ ਨਾਲ ਜਿਹੜਾ ਅੰਮ੍ਰਿਤਸਰ ਸਾਹਿਬ ਦੀ ਸੇਵਾ ਨੂੰ ਆਰੰਭ ਕਰ ਦਿੱਤਾ। ਸਨ 1802 ਈਸਵੀ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਅੰਮ੍ਰਿਤਸਰ ਸਾਹਿਬ ਵੱਲ ਚੜ੍ਹ ਕੇ ਆਈਆਂ, ਕਿਉਂਕਿ ਉਹਨਾਂ ਸਮਿਆਂ ਵਿੱਚ ਸਨ 1800 ਈਸਵੀ ਵਿੱਚ ਅੰਮ੍ਰਿਤਸਰ ਸਾਹਿਬ ਦਾ ਇਲਾਕਾ ਜਿਹੜਾ ਭੰਗੀਆਂ ਮਿਸਲ ਦੇ ਕੋਲ ਸੀ ਤੇ ਭੰਗੀਆਂ ਮਿਸਲ ਦੇ ਇੱਕ ਸਰਦਾਰ ਗੁਲਾਬ ਸਿੰਘ ਦੀ ਪਤਨੀ ਬੀਬੀ ਸੁੱਖਾ
ਤੇ ਉਹਦਾ ਪੁੱਤਰ ਸਰਦਾਰ ਗੁਰਦਿੱਤ ਸਿੰਘ ਜਿਹੜਾ ਇੱਥੋਂ ਦਾ ਪ੍ਰਬੰਧ ਸੰਭਾਲ ਰਹੇ ਸਨ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਚੜ੍ਹ ਕੇ ਆਈਆਂ ਤੇ ਇੱਧਰੋਂ ਭੰਗੀ ਮਿਸਲ ਦੀ ਜਿਹੜਾ ਉਸ ਵੇਲੇ ਦੀ ਮੁਖੀ ਸੀ ਬੀਬੀ ਸੁੱਖਾ, ਉਹਨੇ ਮਰਦਾਂ ਵਾਲੇ ਕੱਪੜੇ ਪਾ ਲਏ ਤੇ ਕਿਲੇ ਵਿੱਚ ਤੋਹਫਾਂ ਬੀੜ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਦਾ ਮੁਕਾਬਲਾ ਕਰਨ ਵਾਸਤੇ ਉਹ ਵੀ ਮੈਦਾਨੇ ਜੰਗ ਵਿੱਚ ਆ ਗਈ। ਜਦੋਂ ਅਕਾਲੀ ਬਾਬਾ ਫੂਲਾ ਸਿੰਘ ਨੂੰ ਪਤਾ ਲੱਗਾ ਤੇ ਉਹ ਵਿੱਚ ਆਏ ਸਨ 1802 ਈਸਵੀ ਵਿੱਚ, ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆ ਕੇ ਸਮਝਾਇਆ ਕਿ ਇਹ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਧਰਤੀ ਹੈ, ਇੱਥੇ ਇਸ ਕਰਕੇ ਖੂਨ ਨਾ ਡੋਲਿਆ ਜਾਏ, ਇਸ ਕਰਕੇ ਇਸ ਜੰਗ ਨੂੰ ਤੁਸੀਂ ਇੱਥੇ ਹੀ ਬੰਦ ਕਰੋ, ਲੜਾਈ ਝਗੜੇ ਖਤਮ ਕਰੋ। ਔਰ ਵਿੱਚ ਪੈ ਕੇ ਅਕਾਲੀ ਬਾਬਾ ਫੂਲਾ ਸਿੰਘ ਨੇ ਭੰਗੀ ਮਿਸਲ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਆ ਸੁਲ੍ਹਾ ਕਰਵਾ ਦਿੱਤੀ। ਔਰ ਉਸ ਵੇਲੇ ਜਿਹੜੇ ਅਕਾਲੀ ਬਾਬਾ ਫੂਲਾ ਸਿੰਘ ਨੇ ਬਚਨ ਵਿਲਾਸ ਕੀਤੇ ਜਾਂ ਜਿਹੜੇ ਵਿਚਾਰ ਉਹਨਾਂ ਨੇ ਕੀਤੇ, ਮਹਾਰਾਜਾ ਰਣਜੀਤ ਸਿੰਘ ਜੀ ਇੰਨੇ ਜ਼ਿਆਦਾ ਉਹਨਾਂ ਤੋਂ ਪ੍ਰਭਾਵਿਤ ਹੋਏ ਕਿ ਉਸ ਦਿਨ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਜੀ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਬਹੁਤ ਜ਼ਿਆਦਾ ਸਤਿਕਾਰ ਕਰਨ ਲੱਗ ਪਏ ਤੇ ਉਹਨਾਂ ਨੂੰ ਆਪਣਾ ਬੜਾ ਗੂੜਾ ਗਹਿਰਾ ਮਿੱਤਰ ਸਮਝਣ ਲੱਗ ਪਏ। ਉਸ ਤੋਂ ਬਾਅਦ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕਸੂਰ ਦਾ ਜਿਹੜਾ ਜੰਗ ਮਹਾਰਾਜਾ ਰਣਜੀਤ ਸਿੰਘ ਨੇ ਲੜਿਆ ਸੀਗਾ ਉਹਦੇ ਵਿੱਚ ਵੀ ਵੱਧ ਚੜ੍ਹ ਕੇ ਉਹਨਾਂ ਨੇ ਯੋਗਦਾਨ ਪਾਇਆ। 1807 ਈਸਵੀ ਦੇ ਵਿੱਚ ਜਿਹੜਾ ਕਸੂਰ ਨੂੰ ਫਤਿਹ ਕੀਤਾ ਤੇ ਉਸ ਜੰਗ ਦੇ ਵਿੱਚ ਜਿਹੜੀ ਸੂਰਮਤਾਈ ਅਕਾਲੀ ਬਾਬਾ ਫੂਲਾ ਸਿੰਘ ਨੇ ਵਿਖਾਈ, ਉਹਦੇ ਤੋਂ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। 1808 ਈਸਵੀ ਦੇ ਵਿੱਚ ਉਹਨਾਂ ਸਮਿਆਂ 'ਚ ਅਕਾਲੀ ਬਾਬਾ ਫੂਲਾ ਸਿੰਘ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਸੇਵਾਵਾਂ ਨਿਭਾ ਰਹੇ ਸਨ ਤੇ ਇੱਕ ਅੰਗਰੇਜ਼ ਆਫੀਸਰ ਜਿਹਦਾ ਨਾਮ ਸੀ ਮਿਸਟਰ ਮੈਟਕਾਫ, ਉਹ ਮਹਾਰਾਜਾ ਰਣਜੀਤ ਸਿੰਘ ਨਾਲ ਕੋਈ ਮੈਤਰੀ ਸੰਬੰਧੀ ਜਾਂ ਕੋਈ ਕਿਸੇ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਕਰਨ ਵਾਸਤੇ ਉੱਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਇਆ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਕੌਮ ਦੇ ਬਾਰੇ ਜਾਂ ਖਾਲਸਾ ਰਾਜ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵਿਸ਼ੇਸ਼ ਜਿਹੜੀ ਵਿਚਾਰ ਵਟਾਂਦਰਾ ਜੋ ਹੁੰਦਾ ਸੀਗਾ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੁੰਦਾ ਸੀ। ਮਿਸਟਰ ਮੈਟਕਾਫ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਤੇ ਇਹਦੇ ਨਾਲ ਕੁਝ ਕੁ ਸੌ ਘੋੜ ਸਵਾਰ ਵੀ ਸਨ ਤੇ ਉਹਨਾਂ ਨੇ ਇੱਥੇ ਆ ਕੇ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਮਚਾਇਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਜਦੋਂ ਇਹ ਪਹੁੰਚੇ ਉੱਚੀ ਉੱਚੀ ਰੌਲਾ ਰੱਪਾ ਪਾਉਣ ਲੱਗੇ ਤੇ ਜਿਹੜਾ ਦੁਪਹਿਰ ਦਾ ਦੀਵਾਨ ਸੀ ਉਹ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦੀਵਾਨ ਸਜਿਆ ਹੋਇਆ ਸੀ ਤੇ ਇਹਨਾਂ ਦੇ ਸ਼ੋਰ ਸ਼ਰਾਬੇ ਕਰਕੇ, ਇਹਨਾਂ ਦੇ ਰੌਲੇ ਕਰਕੇ ਜਿਹੜਾ ਕੀਰਤਨ ਦਰਬਾਰ ਚੱਲ ਰਿਹਾ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਵਿਘਨ ਪੈ ਰਿਹਾ ਸੀ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ 2 ਸਿੰਘ ਭੇਜੇ ਵੀ ਜਾਓ ਉਹਨਾਂ ਨੂੰ ਸਮਝਾ ਕੇ ਆਓ ਵੀ ਇੱਥੇ ਸ਼ੋਰ ਸ਼ਰਾਬਾ ਨਾ ਕਰੋ ਕਿਉਂਕਿ ਕੀਰਤਨ ਹੋ ਰਿਹਾ ਤੇ ਸੰਗਤ ਜਿਹੜਾ ਉਹ ਇੱਥੇ ਦਰਬਾਰ ਵਿੱਚ ਜੁੜੀ ਹੋਈ ਹੈ ਤੇ ਇਸ ਕਰਕੇ ਸੰਗਤ ਜਿਹੜਾ ਉਹ ਡਿਸਟਰਬ ਹੋ ਰਹੀ ਹੈ। ਜਦੋਂ ਇਹ 2 ਗੁਰਸਿੱਖ ਉੱਥੇ ਸਮਝਾਉਣ ਵਾਸਤੇ ਗਏ ਪਰ ਅੱਗੋਂ ਸਮਝਣ ਦੀ ਥਾਂ ਤੇ ਉਹਨਾਂ ਨੇ ਬੜੇ ਮਾੜੇ ਬੋਲ ਬੋਲੇ, ਇੱਥੋਂ ਤੱਕ ਕੀਤਾ ਇੱਕ ਸਿੱਖ ਦੀ ਦਸਤਾਰ ਵੀ ਉਹਨਾਂ ਨੇ ਲਾ ਦਿੱਤੀ। ਇਹ ਜਦੋਂ 2 ਸਿੱਖ ਵਾਪਸ ਆਏ ਤੇ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ, ਇੰਨੇ ਜੋਸ਼ ਵਿੱਚ ਆਏ, ਆਪਣੇ ਨਾਲ ਦੇ ਸਿੰਘ ਨਾਲ ਲੈ ਕੇ ਗਏ ਤੇ ਜਿਹੜਾ ਇਹ ਮਿਸਟਰ ਮੈਟਕਾਫ ਅੰਗਰੇਜ਼ ਆਫੀਸਰ ਦੇ ਨਾਲ ਜਿਹੜੇ ਘੋੜਸਵਾਰ ਸਨ ਉਹਨਾਂ ਤੇ ਹਮਲਾ ਕਰ ਦਿੱਤਾ। ਜਦੋਂ ਹਮਲਾ ਕੀਤਾ ਉਹਦੇ ਵਿੱਚ ਕਈ ਉਹਦੇ ਸਾਥੀ ਮਾਰੇ ਗਏ, ਕਈ ਜਾਨਾਂ ਬਚਾ ਕੇ ਭੱਜ ਗਏ ਤੇ ਮਿਸਟਰ ਮੈਟਕਾਫ ਨੇ ਵੀ ਆਪਣੀ ਜਾਨ ਜਿਹੜੀ ਆ ਉਹ ਬੜੀ ਮੁਸ਼ਕਲ ਬਚਾਈ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਝਗੜੇ ਦਾ ਪਤਾ ਲੱਗਾ ਤੇ ਉਹ ਆਪ ਆਏ ਤੇ ਉਹਨਾਂ ਨੇ ਆ ਕੇ ਇਸ ਝਗੜੇ ਨੂੰ ਨਿਬੇੜਿਆ। ਇਹਦੇ ਚੋਂ ਇਸ ਗੱਲ ਦਾ ਵੀ ਪਤਾ ਲੱਗਦਾ ਹੈ ਕਿ ਅਕਾਲੀ ਬਾਬਾ ਫੂਲਾ ਸਿੰਘ ਦੇ ਅੰਦਰ ਗੁਰਬਾਣੀ ਦਾ ਸਤਿਕਾਰ ਕਿੰਨਾ ਜ਼ਿਆਦਾ ਸੀ। ਗੁਰਬਾਣੀ ਦਾ ਸਤਿਕਾਰ ਜਾਂ ਗੁਰਬਾਣੀ ਦਾ ਕੀਰਤਨ ਉਹਦਾ ਉਹ ਕਿੰਨਾ ਸਤਿਕਾਰ ਕਰਦੇ ਸਨ। ਜੇ ਕੋਈ ਉਸ ਵੇਲੇ ਹੋ ਰਹੇ ਕੀਰਤਨ ਵਿੱਚ ਆ ਕੇ ਕੋਈ ਸ਼ੋਰ ਸ਼ਰਾਬਾ ਕਰਦਾ ਜਾਂ ਕੋਈ ਗੁਰਬਾਣੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਵੀ ਉਹ ਸਜ਼ਾ ਜਿਹੜਾ ਉਹ ਦੇ ਸਕਦੇ ਸਨ। ਇੰਨਾ ਜ਼ਿਆਦਾ ਉਹਨਾਂ ਦੇ ਅੰਦਰ ਗੁਰਬਾਣੀ ਦਾ ਪ੍ਰੇਮ ਭਾਵ ਤੇ ਸਤਿਕਾਰ ਸੀ। ਔਰ ਸਨ 1809 ਈਸਵੀ ਦੇ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਸਰਦੀਆਂ ਦੀ ਸ਼ੁਰੂਆਤ ਵਿੱਚ ਹੀ ਦਮਦਮਾ ਸਾਹਿਬ ਵਿੱਚ ਚਲੇ ਗਏ। ਜਦੋਂ ਦਮਦਮਾ ਸਾਹਿਬ ਵਿੱਚ ਪਹੁੰਚੇ ਤੇ ਬਹੁਤ ਸਾਰਾ ਰੌਲਾ ਇਸ ਇਲਾਕੇ 'ਚ ਪੈ ਗਿਆ ਵੀ ਅੰਗਰੇਜ਼ ਪੰਜਾਬ ਦਾ ਨਕਸ਼ਾ ਤਿਆਰ ਕਰਵਾ ਰਹੇ ਨੇ ਤੇ ਉਹ ਪੰਜਾਬ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ। ਅਕਾਲੀ ਬਾਬਾ ਫੂਲਾ ਸਿੰਘ ਜੀ ਆਪਣੇ ਪਿੰਡ ਚੌਂਕੇ ਪੁੱਜੇ ਤੇ ਕਿਸੇ ਨੇ ਇਸ਼ਾਰਾ ਕਰਕੇ ਦੱਸਿਆ ਵੀ ਉਹ ਜਿਹੜਾ ਸਾਹਮਣੇ ਟੈਂਟ ਲੱਗਾ ਹੋਇਆ ਉਹਦੇ ਵਿੱਚ ਮਿਸਟਰ ਵਾਈਟ ਇੱਕ ਅੰਗਰੇਜ਼ ਆਫੀਸਰ ਪੰਜਾਬ ਦੇ ਨਕਸ਼ੇ ਤਿਆਰ ਕਰਵਾ ਰਿਹਾ ਹੈ। ਅਕਾਲੀ ਬਾਬਾ ਫੂਲਾ ਸਿੰਘ ਜੀ ਆਪਣਾ ਜਥਾ ਨਾਲ ਲੈ ਕੇ ਜਿਹੜਾ ਉਸ ਨਗਰ ਵੱਲ ਵਧੇ
ਤੇ ਜਦੋਂ ਮਿਸਟਰ ਵਾਈਟ ਨੂੰ ਪਤਾ ਲੱਗਾ, ਉਹ ਆਪਣੇ 100 ਕੁ ਘੋੜਸਵਾਰ ਲੈ ਕੇ ਡਰਦਾ ਹੋਇਆ ਇਹ ਪਿੰਡ ਛੱਡ ਕੇ ਨਾਲ ਦੇ ਇੱਕ ਪਿੰਡ ਫੱਤੋਕੇ ਵਿੱਚ ਚਲਿਆ ਗਿਆ। ਕਾਲੀ ਬਾਬਾ ਫੂਲਾ ਸਿੰਘ ਜੀ ਪਿੰਡ ਫੱਤੋਕੇ ਤੇ ਇਸ ਮਿਸਟਰ ਵਾਈਟ ਤੇ ਇਹਦੇ ਘੋੜਸਵਾਰਾਂ ਦੇ ਉੱਤੇ ਹਮਲਾ ਕਰਨ ਹੀ ਵਾਲੇ ਸਨ ਕਿ ਸਰਦਾਰ ਜਸਵੰਤ ਸਿੰਘ ਜਿਹੜੇ ਨਾਭੇ ਦੇ ਮਹਾਰਾਜੇ ਸਨ, ਉਹਨਾਂ ਨੇ ਆਪਣੇ ਭਤੀਜੇ ਰਣ ਸਿੰਘ ਨੂੰ ਭੇਜਿਆ ਤੇ ਉਹਨੇ ਆ ਕੇ ਕਾਲੀ ਬਾਬਾ ਫੂਲਾ ਸਿੰਘ ਨੂੰ ਸਮਝਾਇਆ ਕਿ ਇਹ ਵੈਸੇ ਹੀ ਅਫਵਾਹ ਫੈਲੀ ਹੋਈ ਹੈ, ਮਿਸਟਰ ਵਾਈਟ ਕੋਈ ਪੰਜਾਬ ਦਾ ਨਕਸ਼ਾ ਤਿਆਰ ਨਹੀਂ ਕਰ ਰਹੇ। ਹੁਣ ਇਸ ਘਟਨਾ ਵਿੱਚੋਂ ਵੀ ਇਹ ਗੱਲ ਝਲਕਦੀ ਹੈ ਕਿ ਕਾਲੀ ਬਾਬਾ ਫੂਲਾ ਸਿੰਘ ਦੇ ਅੰਦਰ ਪੰਜਾਬ ਦਾ, ਕੌਮ ਦਾ ਔਰ ਖਾਲਸਾ ਰਾਜ ਦਾ ਕਿੰਨਾ ਦਰਦ ਸੀ, ਕਿੰਨਾ ਪ੍ਰੇਮ ਉਹਨਾਂ ਦੇ ਅੰਦਰ ਹੁਲਾਰੇ ਖਾਂਦਾ ਸੀ ਆਪਣੇ ਸਿੱਖ ਰਾਜ ਵਾਸਤੇ, ਆਪਣੀ ਕੌਮ ਵਾਸਤੇ, ਆਪਣੇ ਪੰਜਾਬ ਵਾਸਤੇ ਔਰ ਆਪਣੇ ਸਿੱਖ ਭਰਾਵਾਂ ਦੇ ਵਾਸਤੇ। ਔਰ ਇਹ ਵੀ ਆਪ ਜੀ ਦਾ ਇੱਕ ਜਿਹੜਾ ਮਹਾਨ ਗੁਣ ਸੀ ਕਾਲੀ ਬਾਬਾ ਫੂਲਾ ਸਿੰਘ ਜੀ ਦਾ ਕਿ ਕੌਮ ਦਾ ਦਰਦ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਸੀ। ਕਾਲੀ ਬਾਬਾ ਫੂਲਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਡਾਂਟ ਦਿੰਦੇ ਹੁੰਦੇ ਸਨ। ਉਹਨਾਂ ਨੇ ਕਦੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਇਹ ਖਾਲਸਾ ਰਾਜ ਦੇ ਮਹਾਰਾਜੇ ਨੇ। ਜਦੋਂ ਵੀ ਕਿਤੇ ਉਹਨਾਂ ਨੂੰ ਕੋਈ ਗਲਤੀ ਲੱਗਣੀ ਜਾਂ ਭੁੱਲ ਲੱਗਣੀ ਤੇ ਉਹ ਮਹਾਰਾਜਾ ਸਾਹਿਬ ਨੂੰ ਵੀ ਉਹਨਾਂ ਦੇ ਮੂੰਹ ਦੇ ਉੱਤੇ ਹੀ ਡਾਂਟ ਦਿੰਦੇ ਸਨ। ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰਾਂ ਦੀ ਇੱਕ ਨਾਚੀ ਮੋਰਾਂ ਦਾ ਨਾਚ ਵੇਖਿਆ ਸੀ ਤੇ ਕਾਲੀ ਬਾਬਾ ਫੂਲਾ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਸਜ਼ਾ ਸੁਣਾ ਦਿੱਤੀ ਸੀ, ਤਨਖਾਹੀਆ ਕਰਾਰ ਦੇ ਦਿੱਤਾ ਸੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਕੋਰੜਿਆਂ ਦੀ ਸਜ਼ਾ ਤੱਕ ਜਿਹੜੀ ਉਹਨਾਂ ਨੇ ਲਾ ਦਿੱਤੀ ਸੀ। ਇਸ ਕਰਕੇ ਜਿੱਥੇ ਧਰਮ ਦੀ ਗੱਲ ਆਉਂਦੀ ਸੀ ਜਾਂ ਪੰਥ ਦੀ ਗੱਲ ਆਉਂਦੀ ਸੀ, ਕੌਮ ਦੀ ਗੱਲ ਆਉਂਦੀ ਸੀ ਤੇ ਉਹਨਾਂ ਨੇ ਕਦੇ ਮਹਾਰਾਜੇ ਦੀ ਵੀ ਪਰਵਾਹ ਨਹੀਂ ਕੀਤੀ। ਔਰ ਕਈ ਵਾਰੀ ਉਹਨਾਂ ਦਾ ਮਹਾਰਾਜਾ ਰਣਜੀਤ ਸਿੰਘ ਕਰਕੇ ਕਈ ਗੱਲਾਂ ਕਰਕੇ ਮਤਭੇਦ ਵੀ ਹੋਇਆ। ਇੱਕ ਵਾਰੀ ਕਾਲੀ ਬਾਬਾ ਫੂਲਾ ਸਿੰਘ ਜੀ ਅੰਮ੍ਰਿਤਸਰ ਤੋਂ ਲਾਹੌਰ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਵਾਸਤੇ ਆਏ ਤੇ ਜਿਹੜੇ ਕੁਝ ਡੋਗਰੇ ਸਨ, ਉਹਨਾਂ ਨੇ ਡੋਗਰੇ ਆਗੂ ਸਨ, ਉਹਨਾਂ ਨੇ ਵਿਉਂਤ ਬਣਾਈ ਕਿ ਕਾਲੀ ਬਾਬਾ ਫੂਲਾ ਸਿੰਘ ਨੂੰ ਮਹਾਰਾਜੇ ਨੂੰ ਨਾ ਮਿਲਣ ਦਿੱਤਾ ਜਾਏ, ਕਿਉਂਕਿ ਕਾਲੀ ਬਾਬਾ ਫੂਲਾ ਸਿੰਘ ਦੀ ਸ਼ਖਸੀਅਤ ਉਹਨਾਂ ਖਾਲਸਾ ਰਾਜ ਦੇ ਗਦਾਰ ਜਿਹੜੇ ਡੋਗਰੇ ਸਨ ਉਹਨਾਂ ਨੂੰ ਹਮੇਸ਼ਾ ਹੀ ਜਿਹੜੀ ਉਹ ਰੜਕਦੀ ਰਹਿੰਦੀ ਸੀ। ਕਈ ਦਿਨ ਤੱਕ ਤੇ ਉਹਨਾਂ ਨੇ ਮਿਲਣ ਨਾ ਦਿੱਤਾ, ਪਰ ਇੱਕ ਦਿਨ ਕਾਲੀ ਬਾਬਾ ਫੂਲਾ ਸਿੰਘ ਬੜੇ ਜੋਸ਼ ਵਿੱਚ ਆਏ ਔਰ ਸਿੱਧਾ ਹੀ ਕਿਲੇ ਵਿੱਚ ਚਲੇ ਗਏ। ਮਹਾਰਾਜਾ ਰਣਜੀਤ ਸਿੰਘ ਜੀ ਅੱਗੋਂ ਬੜੇ ਸਤਿਕਾਰ ਨਾਲ ਮਿਲੇ ਤੇ ਉਹ ਕਹਿਣ ਲੱਗੇ ਵੀ ਮੈਨੂੰ ਤੇ ਪਤਾ ਹੀ ਨਹੀਂ ਸੀ ਵੀ ਤੁਸੀਂ ਇੰਨੇ ਦਿਨਾਂ ਦੇ ਇੱਥੇ ਆਏ ਹੋਏ ਹੋ। ਤੇ ਜਦੋਂ ਕਈ ਤਰ੍ਹਾਂ ਦੇ ਵਿਚਾਰ ਵਟਾਂਦਰੇ ਆਪਸ ਵਿੱਚ ਹੋਏ ਤੇ ਕਾਲੀ ਬਾਬਾ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਸਿੱਧਾ ਦੋ ਟੁਕ ਸ਼ਬਦਾਂ ਦੇ ਵਿੱਚ ਇਹ ਗੱਲ ਕਹਿਣ ਲੱਗੇ। ਕਹਿੰਦੇ, ਮਹਾਰਾਜਾ ਸਾਹਿਬ, ਪੰਥ ਮੇਰੇ ਲਈ ਪਹਿਲਾਂ ਹੈ ਤੇ ਖਾਲਸਾ ਰਾਜ ਜਾਂ ਤੁਹਾਡਾ ਰਾਜ ਜਾਂ ਤੁਸੀਂ ਬਾਅਦ ਵਿੱਚ ਹੋ, ਇਸ ਕਰਕੇ ਪੰਥ ਨੂੰ ਮੈਂ ਸਭ ਤੋਂ ਉੱਪਰ ਰੱਖਦਾ। ਇਹ ਕਹਿ ਕੇ ਵਾਪਸ ਆ ਗਏ। ਸਨ 1814 ਈਸਵੀ ਵਿੱਚ ਕਾਲੀ ਬਾਬਾ ਫੂਲਾ ਸਿੰਘ ਜੀ ਅੰਮ੍ਰਿਤਸਰ ਸਾਹਿਬ ਤੋਂ ਆਪਣਾ ਜਥਾ ਲੈ ਕੇ ਅਨੰਦਪੁਰ ਸਾਹਿਬ ਦੇ ਵਿੱਚ ਆ ਕੇ ਜਿਹੜਾ ਉਹ ਟਿਕ ਗਏ। 1814 ਦੇ ਵਿੱਚ ਸ਼ਹਿਜ਼ਾਦਾ ਪ੍ਰਤਾਪ ਸਿੰਘ ਜੀਂਦ, ਜਿਨ੍ਹਾਂ ਦਾ ਸਰਕਾਰ ਦੇ ਨਾਲ ਕਿਸੇ ਕਾਰਨ ਕਰਕੇ ਆਪਸ ਵਿੱਚ ਖਟਪਟ ਹੋ ਗਈ, ਤੇ ਉਹਨਾਂ ਨੇ ਵੀ ਅਨੰਦਪੁਰ ਸਾਹਿਬ ਵਿੱਚ ਆ ਕੇ ਕਾਲੀ ਬਾਬਾ ਫੂਲਾ ਸਿੰਘ ਜੀ ਦੇ ਕੋਲ ਜਿਹੜੀ ਆ ਉਹ ਪਨਾਹ ਲੈ ਲਈ। ਇੱਕ ਅੰਗਰੇਜ਼ੀ ਏਜੰਟ ਨੇ ਮਹਾਰਾਜਾ ਰਣਜੀਤ ਸਿੰਘ ਤੱਕ ਇਹ ਖਬਰਾਂ ਪਹੁੰਚਾਈਆਂ ਕਿ ਕਾਲੀ ਬਾਬਾ ਫੂਲਾ ਸਿੰਘ ਨੂੰ ਤੁਸੀਂ ਵਾਪਸ ਬੁਲਾ ਲਓ। ਤੇ ਜਿਹੜੇ ਲੋਕ ਕਾਲੀ ਬਾਬਾ ਫੂਲਾ ਸਿੰਘ ਤੋਂ ਖਾਰ ਖਾਂਦੇ ਸਨ ਤੇ ਜਿਨ੍ਹਾਂ ਦੇ ਕੋਲ ਸਿੱਖ ਰਾਜ ਦੇ ਵਿੱਚ ਵੀ ਲਾਹੌਰ ਦੇ ਵਿੱਚ ਲਿਖਤ ਪੜ੍ਹਤ ਦਾ ਕੰਮ ਜਿਨ੍ਹਾਂ ਲੋਕਾਂ ਦੇ ਕੋਲ ਸੀ, ਉਹਨਾਂ ਨੇ ਜਿਵੇਂ ਕਿਵੇਂ ਮਹਾਰਾਜਾ ਸਾਹਿਬ ਕੋਲੋਂ ਇਹ ਮਨਜ਼ੂਰੀ ਲੈ ਲਈ ਕਿ ਕਾਲੀ ਬਾਬਾ ਫੂਲਾ ਸਿੰਘ ਨੂੰ ਅਨੰਦਪੁਰ ਸਾਹਿਬ ਤੋਂ ਜਿਹੜਾ ਉਹ ਲਾਹੌਰ ਜਾਂ ਅੰਮ੍ਰਿਤਸਰ ਸਾਹਿਬ ਲਿਆਂਦਾ ਜਾਏ। ਤੇ ਫਿਲੌਰ ਦਾ ਜਿਹੜਾ ਉਸ ਵੇਲੇ ਦਾ ਇੱਕ ਹਾਕਮ ਸੀਗਾ ਖਾਲਸਾ ਰਾਜ ਦਾ, ਮੋਤੀ ਰਾਮ, ਉਹ ਫੌਜ ਲੈ ਕੇ ਅਨੰਦਪੁਰ ਸਾਹਿਬ ਵੱਲ ਆਇਆ ਕਿ ਕਾਲੀ ਬਾਬਾ ਫੂਲਾ ਸਿੰਘ ਨੂੰ ਉੱਥੋਂ ਜਿਹੜਾ ਪਕੜ ਕੇ ਆਪਣੀ ਫੌਜ ਦੇ ਜ਼ੋਰ ਦੇ ਨਾਲ ਲਾਹੌਰ ਲਿਆਂਦਾ ਜਾਏ। ਪਰ ਜਦੋਂ ਫੌਜ ਅਨੰਦਪੁਰ ਸਾਹਿਬ ਪਹੁੰਚੀ ਤੇ ਕਾਲੀ ਬਾਬਾ ਫੂਲਾ ਸਿੰਘ ਜਦੋਂ ਸਾਹਮਣੇ ਆਏ ਤੇ ਫੌਜ ਨੇ ਆਪਣੇ ਹਥਿਆਰ ਸੁੱਟ ਦਿੱਤੇ, ਸਰੈਂਡਰ ਕਰ ਦਿੱਤਾ ਤੇ ਸਾਫ਼ ਮਨਾ ਕਰ ਦਿੱਤਾ ਕਿ ਅਸੀਂ ਕਾਲੀ ਬਾਬਾ ਫੂਲਾ ਸਿੰਘ ਵਰਗੇ ਜਿਹੜੇ ਏਡੇ ਮਹਾਨ ਗੁਰਸਿੱਖ ਨੇ, ਇੱਕ ਮਹਾਨ ਯੋਧੇ ਨੇ, ਉਹਨਾਂ ਨੂੰ ਅਸੀਂ ਗ੍ਰਿਫਤਾਰ ਨਹੀਂ ਕਰ ਸਕਦੇ। ਤੇ ਫੌਜ ਖਾਲੀ ਹੱਥ ਹੀ ਵਾਪਸ ਮੁੜ ਗਈ। ਤੇ ਉਧਰੋਂ ਉਸ ਅੰਗਰੇਜ਼ ਏਜੰਟ ਨੇ, ਕਿਉਂਕਿ ਜਦੋਂ ਉਹਨਾਂ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਸ਼ਹਿਜ਼ਾਦਾ ਪ੍ਰਤਾਪ ਸਿੰਘ ਜੀਂਦ ਨੇ ਕਾਲੀ ਬਾਬਾ ਫੂਲਾ ਸਿੰਘ ਕੋਲ ਪਨਾਹ ਲਈ ਹੋਈ ਹੈ, ਇੱਕ ਅੰਗਰੇਜ਼ ਏਜੰਟ ਨੇ ਜਦੋਂ ਰਾਜਾ ਜਸਵੰਤ ਸਿੰਘ ਨਾਭਾ ਨੂੰ ਤੇ ਇੱਕ ਨਵਾਬ ਜਿਹੜਾ ਮਲੇਰਕੋਟਲਾ ਸੀ ਉਹਨੂੰ ਫੌਜ ਦੇ ਕੇ ਭੇਜਿਆ ਕਿ ਕਾਲੀ ਬਾਬਾ ਫੂਲਾ ਸਿੰਘ ਨੂੰ ਜਿਹੜਾ ਉਹ ਪਕੜ ਕੇ ਲਿਆਂਦਾ ਜਾਏ। ਤੇ ਉਦੋਂ ਵੀ ਫੌਜਾਂ ਨੇ ਉੱਥੇ ਜਾ ਕੇ ਹਥਿਆਰ ਸੁੱਟ ਦਿੱਤੇ ਕਿ ਅਸੀਂ ਏਡੇ ਮਹਾਨ ਤੇਜ ਪ੍ਰਤਾਪ ਵਾਲੇ, ਉੱਚੇ ਸੁੱਚੇ ਜੀਵਨ ਵਾਲੇ ਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ।
ਇਹਨਾਂ ਘਟਨਾਵਾਂ ਤੋਂ ਇਹ ਗੱਲ ਦਾ ਪਤਾ ਲੱਗਦਾ ਕਿ ਕਾਲੀ ਬਾਬਾ ਫੂਲਾ ਸਿੰਘ ਦਾ ਕਿੰਨਾ ਸਤਿਕਾਰ ਸੀ ਕੌਮ ਦੇ ਵਿੱਚ। ਜੇ ਫੌਜ ਵੀ ਉਹਨਾਂ ਨੂੰ ਚੜ੍ਹ ਕੇ ਪਕੜਨ ਵਾਸਤੇ ਆਉਂਦੀ ਹੈ ਤੇ ਉਹਨਾਂ ਦੇ ਸਾਹਮਣੇ ਹਥਿਆਰ ਸੁੱਟ ਦਿੰਦੀ ਹੈ ਵੀ ਅਸੀਂ ਐਡੇ ਮਹਾਨ ਉੱਚੇ ਜੀਵਨ ਵਾਲੇ ਇੱਕ ਮਹਾਨ ਗੁਰਸਿੱਖ ਕੌਮ ਦੇ ਆਗੂ ਨੂੰ ਜਿਹੜਾ ਉਹ ਗ੍ਰਿਫਤਾਰ ਨਹੀਂ ਕਰ ਸਕਦੇ। ਕਾਲੀ ਬਾਬਾ ਫੂਲਾ ਸਿੰਘ ਨੇ ਵੱਡੀਆਂ ਵੱਡੀਆਂ ਮੁਹਿੰਮਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ। ਭਾਵੇਂ ਹਜ਼ਾਰੇ ਵਾਲੇ ਹਾਕਮ ਨੂੰ ਸਜ਼ਾ ਦੇਣ ਦੀ ਗੱਲ ਹੋਵੇ, ਉਦੋਂ ਵੀ ਕਾਲੀ ਬਾਬਾ ਫੂਲਾ ਸਿੰਘ ਸਭ ਤੋਂ ਅੱਗੇ ਜਿਹੜਾ ਵੱਧ ਕੇ ਉਹ ਲੜੇ ਤੇ ਉਹਨਾਂ ਨੇ ਜਿਹੜਾ ਹਜ਼ਾਰੇ ਵਾਲਾ ਹਾਕਮ ਸੀ ਉਹਨਾਂ ਨੂੰ ਸਜ਼ਾ ਦਿੱਤੀ। ਉਸ ਤੋਂ ਬਾਅਦ ਜਿਹੜਾ ਸਾਨੂੰ ਸਭ ਤੋਂ ਵੱਡਾ ਜ਼ਿਕਰ ਮਿਲਦਾ ਉਹ ਮੁਲਤਾਨ ਦੇ ਜੰਗ ਦਾ ਮਿਲਦਾ ਹੈ। ਸਨ 1817 ਦੇ ਵਿੱਚ ਜਦੋਂ ਮੁਲਤਾਨ ਦੇ ਹਾਕਮ ਮੁਜ਼ੱਫਰ ਖਾਨ ਨੇ ਬਗਾਵਤ ਕਰ ਦਿੱਤੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਮਾਲੀਆ ਦੇਣ ਤੋਂ ਨਾ ਕਰ ਦਿੱਤਾ ਤੇ ਉਹ ਆਕੀ ਹੋ ਕੇ ਆਪਣੇ ਸ਼ਹਿਰ ਮੁਲਤਾਨ ਦੇ ਕਿਲੇ ਦੇ ਵਿੱਚ ਬਹਿ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾਂ ਫੌਜ ਭੇਜੀ। ਉਹ ਵੀ ਉਸ ਵੇਲੇ ਵੀ ਮੁਲਤਾਨ ਫਤਿਹ ਨਾ ਹੋਇਆ। ਮੋਤੀ ਰਾਮ ਆਦਿਕ ਜਿਹੜੇ ਉਸ ਵੇਲੇ ਦੇ ਆਗੂ ਸਨ ਫੌਜ ਦੇ, ਉਹ ਗਏ ਤੇ ਉਹ ਵਾਪਸ ਮੁੜ ਆਏ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ 1818 ਈਸਵੀ ਦੇ ਵਿੱਚ 25,000 ਦੀ ਗਿਣਤੀ ਵਿੱਚ ਫੌਜ ਦੇ ਕੇ ਸ਼ਹਿਜ਼ਾਦਾ ਖੜਕ ਸਿੰਘ ਨੂੰ ਭੇਜਿਆ। ਫੌਜ ਨੇ ਜਾ ਕੇ ਮੁਲਤਾਨ ਨੂੰ ਘੇਰਾ ਪਾ ਲਿਆ। ਕਈ ਦਿਨ ਤੱਕ ਜੰਗ ਹੁੰਦਾ ਰਿਹਾ। ਬੜੀ ਖੂਨ ਡੋਲਵੀਂ ਜਿਹੜੀ ਉੱਥੇ ਲੜਾਈ ਹੋਈ। ਮੁਜ਼ੱਫਰ ਖਾਨ ਕਾਫੀ ਲੰਮਾ ਸਮਾਂ ਅੱਗੋਂ ਡਟ ਕੇ ਜਿਹੜਾ ਲੜਦਾ ਰਿਹਾ। ਅਖੀਰ ਜਿਹੜੀ ਖਾਲਸਾ ਫੌਜ ਸੀ ਉਹ ਮੁਜ਼ੱਫਰ ਖਾਨ ਨੂੰ ਜਿਹੜਾ ਉਹ ਸ਼ਹਿਰ ਵੱਲ ਧਕੇਲਣ ਵਿੱਚ ਕਾਮਯਾਬ ਰਹੀ ਤੇ ਮੁਜ਼ੱਫਰ ਖਾਨ ਮੁਲਤਾਨ ਸ਼ਹਿਰ ਦੇ ਅੰਦਰ ਜਿਹੜਾ ਉਹ ਵਾਪਸ ਆਪਣੀ ਫੌਜ ਲੈ ਕੇ ਆ ਗਿਆ ਤੇ ਜਿਹੜੇ ਸ਼ਹਿਰ ਦੇ ਆਲੇ ਦੁਆਲੇ ਵੱਡੀ ਦੀਵਾਰ ਸੀ ਉਹਦੇ ਦਰਵਾਜ਼ੇ ਬੰਦ ਕਰ ਲਏ। ਕਈ ਦਿਨ ਤੱਕ ਖਾਲਸਾ ਫੌਜਾਂ ਜਿਹੜੀਆਂ ਨੇ ਤੋਹਫਾਂ ਦੇ ਗੋਲੇ ਉਸ ਦੀਵਾਰ ਤੇ ਚਲਾਉਂਦੀਆਂ ਰਹੀਆਂ। ਕਈ ਦਿਨ ਬਾਅਦ ਦੀਵਾਰ ਦੇ ਦਰਵਾਜ਼ੇ ਟੁੱਟੇ ਤੇ ਮੁਲਤਾਨ ਸ਼ਹਿਰ ਤੇ ਕਬਜ਼ਾ ਹੋਇਆ। ਪਰ ਉਸ ਤੋਂ ਵੀ ਵੱਡਾ ਅੱਗੇ ਜਿਹੜਾ ਔਖਾ ਮਿਸ਼ਨ ਸੀ ਉਹ ਮੁਲਤਾਨ ਦੇ ਕਿਲੇ ਨੂੰ ਫਤਿਹ ਕਰਨਾ, ਕਿਉਂਕਿ ਮੁਲਤਾਨ ਦੇ ਕਿਲੇ ਦੇ ਵਿੱਚ ਹੀ ਮੁਜ਼ੱਫਰ ਖਾਨ ਜਿਹੜਾ ਡੇਰਾ ਲਾ ਕੇ ਬੈਠਾ ਹੋਇਆ ਸੀ ਔਰ ਮੁਲਤਾਨ ਦਾ ਕਿਲਾ ਆਪਣੇ ਆਪ ਵਿੱਚ ਬੜਾ ਮਜ਼ਬੂਤ ਕਿਲਾ ਸੀ। ਉਹਦੀਆਂ ਦੀਵਾਰਾਂ ਬਹੁਤ ਮਜ਼ਬੂਤ ਸਨ ਔਰ ਮੁਲਤਾਨ ਦੇ ਕਿਲੇ ਨੂੰ ਫਤਿਹ ਕਰਨਾ ਕੋਈ ਛੋਟੀ ਗੱਲ ਨਹੀਂ ਸੀ। ਕਈ ਦਿਨ ਤੱਕ ਮੁਲਤਾਨ ਦੇ ਕਿਲੇ ਦੇ ਉੱਤੇ ਤੋਹਫਾਂ ਦੇ ਗੋਲੇ ਚਲਾਏ ਜਾਂਦੇ ਰਹੇ ਪਰ ਦੀਵਾਰਾਂ ਨਾ ਹਿੱਲੀਆਂ। ਦੀਵਾਰਾਂ ਦੀਆਂ ਨੀਹਾਂ ਦੇ ਵਿੱਚ ਸੁਰੰਗਾਂ ਵੀ ਪੁੱਟੀਆਂ ਗਈਆਂ ਤਾਂ ਕਿ ਬਰੂਦ ਚਲਾ ਕੇ ਜਿਹੜਾ ਉਹ ਕਿਲੇ ਦੀਆਂ ਕੰਧਾਂ ਨੂੰ ਡੇਗਿਆ ਜਾ ਸਕੇ, ਪਰ ਮੀਂਹ ਪੈ ਗਿਆ ਤੇ ਉਹਨਾਂ ਸੁਰੰਗਾਂ ਦੇ ਵਿੱਚ ਵੀ ਪਾਣੀ ਭਰ ਗਿਆ। ਗਰਮੀ ਦਾ ਮੌਸਮ ਸੀ। ਉੱਧਰੋਂ ਮਰ ਚੁੱਕੇ ਜਿਹੜੇ ਜਾਨਵਰ ਸਨ, ਘੋੜੇ ਹਾਥੀ ਆਦਿਕ, ਉਹਨਾਂ ਦੀ ਬਦਬੂ ਕਰਕੇ ਜਿਹੜੀ ਖਾਲਸਾਈ ਫੌਜ ਸੀ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋਈ। ਜਦੋਂ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹ ਵੀ ਬੜੇ ਚਿੰਤਾਤੁਰ ਹੋਏ ਔਰ ਅਖੀਰ ਫਿਰ ਉਹ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਆਏ। ਕਾਲੀ ਬਾਬਾ ਫੂਲਾ ਸਿੰਘ ਨੂੰ ਆ ਕੇ ਮਿਲੇ ਤੇ ਆਪਣਾ ਸਾਰਾ ਦੁੱਖ ਦੱਸਿਆ, ਆਪਣੀ ਸਾਰੀ ਚਿੰਤਾ ਦਾ ਕਾਰਨ ਦੱਸਿਆ ਤੇ ਕਾਲੀ ਬਾਬਾ ਫੂਲਾ ਸਿੰਘ ਨੇ ਅੱਗੋਂ ਬੜਾ ਡਾਂਟਿਆ। ਕਹਿਣ ਲੱਗੇ ਮਹਾਰਾਜੇ ਨੂੰ, ਕਹਿੰਦਾ ਤੂੰ ਕਿਉਂ ਖਾਲਸਾ ਫੌਜ ਦਾ ਮੁਲਤਾਨ ਵਿੱਚ ਭੇਜ ਕੇ ਨੁਕਸਾਨ ਕਰਾ ਰਿਹਾ। ਤੇ ਫਿਰ ਕਾਲੀ ਬਾਬਾ ਫੂਲਾ ਸਿੰਘ ਦੇ ਅੱਗੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਬੇਨਤੀ ਕੀਤੀ ਵੀ ਤੁਸੀਂ ਆਪਣਾ ਜਥਾ ਲੈ ਕੇ ਚੱਲੋ ਤੇ ਤਾਂ ਹੀ ਇਹ ਜੰਗ ਫਤਿਹ ਹੋ ਸਕਦਾ ਹੈ, ਕਾਲੀ ਬਾਬਾ ਫੂਲਾ ਸਿੰਘ ਨੇ ਗੁਰੂ ਰਾਮਦਾਸ ਦੇ ਚਰਨਾਂ ਅਰਦਾਸਾ ਸੋਧਿਆ ਤੇ ਆਪਣੇ 500 ਜਿਹੜੇ ਸਿਰਲੱਥ ਸੂਰਮੇ ਸਨ ਨਿਹੰਗ ਸਿੰਘ ਉਹਨਾਂ ਨੂੰ ਨਾਲ ਲੈ ਕੇ ਨਗਾਰੇ ਵਜਾਉਂਦੇ ਹੋਏ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਮੁਲਤਾਨ ਪਹੁੰਚੇ। ਮੁਲਤਾਨ ਪਹੁੰਚਦਿਆਂ ਹੀ, ਕਿਉਂਕਿ ਅੰਮ੍ਰਿਤਸਰ ਸਾਹਿਬ ਤੋਂ ਕਾਲੀ ਬਾਬਾ ਫੂਲਾ ਸਿੰਘ ਆਪਣੇ ਨਾਲ ਜਿੱਥੇ 500 ਸੂਰਮੇ ਨਾਲ ਲੈ ਕੇ ਆਏ ਸਨ, ਉੱਥੇ ਜਮਜਮਾ ਜਿਹੜੀ ਬਹੁਤ ਵੱਡੀ ਤੋਪ ਸੀ ਉਹਨੂੰ ਵੀ ਨਾਲ ਲੈ ਕੇ ਆਏ ਔਰ ਆਉਂਦਿਆਂ ਹੀ ਖਿਜ਼ਰੀ ਦਰਵਾਜ਼ੇ ਦੇ ਕੋਲ ਉਸ ਤੋਪ ਨੂੰ ਬੀੜ ਕੇ ਜਿਹੜਾ ਮੁਲਤਾਨ ਦਾ ਕਿਲਾ ਸੀ ਉਹਦੇ ਉੱਤੇ ਗੋਲੇ ਵਰਾਉਣੇ ਸ਼ੁਰੂ ਕੀਤੇ। ਕੁਝ ਕੁ ਟਾਈਮ ਬਾਅਦ ਜਦੋਂ ਗੋਲੇ ਵਰਾਏ ਗਏ, ਕਿਉਂਕਿ ਤੋਪ ਇਹ ਬਹੁਤ ਵੱਡੀ ਸੀ ਜਮਜਮਾ ਤੋਪ ਔਰ ਉਹਦੇ ਗੋਲੇ ਵੀ ਬਹੁਤ ਵੱਡੇ ਸਨ ਤੇ ਉਹਨਾਂ ਦੇ ਅੱਗੇ ਮੁਲਤਾਨ ਦੇ ਕਿਲੇ ਦੀਆਂ ਦੀਵਾਰਾਂ ਬਹੁਤਾ ਟਾਈਮ ਨਾ ਟਿਕ ਸਕੀਆਂ। ਦੀਵਾਰ ਜਦੋਂ ਢਹਿ ਗਈ, ਕਾਲੀ ਬਾਬਾ ਫੂਲਾ ਸਿੰਘ ਆਪਣਾ ਜਥਾ ਲੈ ਕੇ ਮੁਲਤਾਨ ਦੇ ਕਿਲੇ ਵਿੱਚ ਪ੍ਰਵੇਸ਼ ਕਰ ਗਏ ਔਰ ਸਿੱਧਾ ਜਾਂਦੇ ਹੀ ਉਹਨਾਂ ਦਾ ਮੁਕਾਬਲਾ ਜਿਹੜਾ ਮੁਜ਼ੱਫਰ ਖਾਨ ਦੇ ਨਾਲ ਹੋਇਆ ਔਰ ਕੁਝ ਟਾਈਮ ਦੇ ਵਿੱਚ ਹੀ ਮੁਜ਼ੱਫਰ ਖਾਨ ਨੂੰ ਕਾਲੀ ਬਾਬਾ ਫੂਲਾ ਸਿੰਘ ਨੇ ਧਰਤੀ ਤੇ ਢੇਰੀ ਕਰ ਦਿੱਤਾ ਤੇ ਉਹਦੇ ਲੜਕੇ ਸ਼ਾਹ ਨਵਾਜ਼ ਖਾਨ ਨੇ ਕਾਲੀ ਬਾਬਾ ਫੂਲਾ ਸਿੰਘ ਤੇ ਹਮਲਾ ਕੀਤਾ। ਕਾਲੀ ਬਾਬਾ ਫੂਲਾ ਸਿੰਘ ਨੂੰ ਵੀ ਬੜੀ ਗਹਿਰੀ ਚੋਟ ਆਈ। ਸ਼ਾਹ ਨਵਾਜ਼ ਖਾਨ ਨੇ ਕਾਲੀ ਬਾਬਾ ਫੂਲਾ ਸਿੰਘ ਨੂੰ ਬੜੀ ਤਗੜੀ ਚੋਟ ਦਿੱਤੀ ਤੇ ਪਿੱਛੋਂ ਸਰਦਾਰ ਧੰਨਾ ਸਿੰਘ ਮਲਵਈ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਵੀ ਪਹੁੰਚ ਗਏ ਤੇ ਉਹਨਾਂ ਨੇ ਆ ਕੇ ਸ਼ਾਹ ਨਵਾਜ਼ ਖਾਨ ਨੂੰ ਉੱਥੇ ਢੇਰੀ ਕਰ ਦਿੱਤਾ। ਅਖੀਰ ਮੁਲਤਾਨ ਦਾ ਕਿਲਾ ਫਤਿਹ ਹੋਇਆ। ਇਹਦੇ ਵਿੱਚ ਮੁਜ਼ੱਫਰ ਖਾਨ ਦੇ 5 ਲੜਕੇ ਤੇ 12,000 ਸੈਨਿਕ ਉਹਦੇ ਇਸ ਮੈਦਾਨੇ ਜੰਗ ਵਿੱਚ ਮਾਰੇ ਗਏ। ਕਾਲੀ ਬਾਬਾ ਫੂਲਾ ਸਿੰਘ ਦੇ ਜਥੇ ਦੇ ਪਹੁੰਚਣ ਕਰਕੇ ਜਿਹੜਾ ਇਹ ਮੁਲਤਾਨ ਫਤਿਹ ਹੋਇਆ ਤੇ ਇਸ ਜੰਗ ਦਾ ਜਿਹੜਾ ਜਿੱਤ ਦਾ ਸਿਹਰਾ ਸੀ ਉਹ ਵੀ ਕਾਲੀ ਬਾਬਾ ਫੂਲਾ ਸਿੰਘ ਦੇ ਜਿਹੜਾ ਉਹ ਮੱਥੇ ਤੇ ਸਜਿਆ, ਕਿਉਂਕਿ ਕਾਲੀ ਬਾਬਾ ਫੂਲਾ ਸਿੰਘ ਦਾ ਇਹ ਬੜਾ ਵੱਡਾ ਸੂਰਮਤਾਈ ਦਾ ਗੁਣ ਸੀ ਕਿ ਜਦੋਂ ਵੀ ਉਹ ਮੈਦਾਨੇ ਜੰਗ ਵਿੱਚ ਜਾਂਦੇ ਸਨ
ਉਹਨਾਂ ਦਾ ਵਿਸ਼ੇਸ਼ ਗੁਣ ਸੀ क्योंकि ਜਿਹੜੀ ਵੀ ਮੁਹਿੰਮ ਉੱਤੇ ਗਏ महाराजा रणजीत सिंह ਨੂੰ ਵੀ ਇਸ ਗੱਲ ਦਾ ਪਤਾ ਸੀ कि ਉਹ ਬਿਨਾਂ ਕਿਸੇ ਪ੍ਰਵਾਹ ਕਰਨ ਤੋਂ ਆਪਣਾ ਜਥਾ ਲੈ ਕੇ ਸਿੱਧਾ ਹੀ ਜਿਹੜਾ ਵੈਰੀ ਤੇ ਅਟੈਕ ਕਰ ਦਿੰਦੇ ਸਨ। ਫਿਰ ਉਹ ਭਾਵੇਂ ਕਸੂਰ ਦਾ ਜੰਗ ਹੋਵੇ, ਭਾਵੇਂ ਮੁਲਤਾਨ ਦਾ ਜੰਗ ਹੋਵੇ ਤੇ ਭਾਵੇਂ ਨੌਸ਼ਹਿਰੇ ਦੀ ਲੜਾਈ ਹੋਵੇ, ਉਹਨਾਂ ਨੇ ਕਦੇ ਕਿਸੇ ਦੁਸ਼ਮਣ ਦੀ ਪਰਵਾਹ ਨਹੀਂ ਕੀਤੀ ਵੀ ਉਹਦੇ ਕੋਲ ਕਿੰਨੀ ਫੌਜ ਹੈ, ਉਹਦਾ ਕਿਲਾ ਕਿੰਨਾ ਵੱਡਾ ਹੈ, ਉਹਦੇ ਕੋਲ ਕਿੰਨੀਆਂ ਤੋਫਾਂ ਨੇ। ਸਿੱਧਾ ਹੀ ਅਟੈਕ ਕਰ ਦੇਣਾ ਔਰ ਜਿੱਤ ਕੇ ਵਾਪਸ ਮੁੜਨਾ, ਇਹ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸੂਰਮਤਾਈ ਸੀ ਔਰ ਬੜਾ ਵੱਡਾ ਉਹਨਾਂ ਦਾ ਇਹ ਗੁਣ ਸੀ। सन 1823 ਈਸਵੀ ਦੇ ਵਿੱਚ ਜਿਹੜਾ ਕਾਬਲ ਦਾ ਹਾਕਮ ਸੀਗਾ ਮੁਹੰਮਦ ਅਜ਼ੀਮ ਖਾਨ, ਉਹਨੇ ਫਿਰ ਦੁਬਾਰਾ ਪਿਸ਼ਾਵਰ ਦੇ ਇਲਾਕਾ ਜਿਹੜਾ ਖਾਲਸਾ ਰਾਜ ਵਿੱਚ ਮਿਲਾਇਆ ਜਾ ਚੁੱਕਾ ਸੀ, ਉਹਨੂੰ ਆਪਣੇ ਜਿਹੜਾ ਰਾਜ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਪਿਸ਼ਾਵਰ ਦਾ ਜਿਹੜਾ ਹਾਕਮ ਸੀ ਉਹ ਮੁਹੰਮਦ ਅਜ਼ੀਮ ਖਾਨ ਦਾ ਭਰਾ ਹੀ ਮੁਹੰਮਦ ਯਾਰ ਖਾਨ ਸੀ, ਜੋ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਕੰਮ ਕਰਦਾ ਸੀ, ਪਰ ਉਹ ਅੰਦਰੋਂ ਆਪਣੇ ਭਰਾ ਦੇ ਨਾਲ ਹੀ ਮਿਲਿਆ ਹੋਇਆ ਸੀ। ਉਹ ਪਿਸ਼ਾਵਰ ਦੇ ਕਿਲੇ ਨੂੰ ਖਾਲੀ ਕਰਕੇ ਇੱਥੋਂ ਚਲਿਆ ਗਿਆ ਤੇ ਮੁਹੰਮਦ ਅਜ਼ੀਮ ਖਾਨ ਨੇ ਪਿਸ਼ਾਵਰ ਦੇ ਉੱਤੇ ਆ ਕੇ ਕਬਜ਼ਾ ਕਰ ਲਿਆ। ਉਧਰੋਂ ਆਪਣੇ ਭਤੀਜੇ ਜ਼ਮਾਨ ਖਾਨ ਨੂੰ ਤੇ ਸਮਦ ਖਾਨ ਨੂੰ ਵੀ ਆਪਣੇ ਨਾਲ ਮਿਲਾ ਲਿਆ ਤੇ ਇਹਨਾਂ ਨੂੰ ਭਾਰੀ ਫੌਜ ਦੇ ਕੇ ਅਫਰੀਦੀਆਂ ਦੇ ਇਲਾਕੇ ਵੱਲ ਭੇਜ ਦਿੱਤਾ, ਜਿੱਥੇ ਆ ਕੇ ਉਹਨਾਂ ਨੇ ਪਹਿਲਾਂ ਜਹਾਂਗੀਰ ਦੇ ਕਿਲੇ ਤੇ ਕਬਜ਼ਾ ਕੀਤਾ ਤੇ ਉਸ ਤੋਂ ਬਾਅਦ ਨਾਗ ਦੀਆਂ ਪਹਾੜੀਆਂ ਦੇ ਕੋਲ ਆ ਕੇ ਵੱਡੇ ਵੱਡੇ ਸੰਘਰ ਜਿਹੜੇ ਆ ਉਹ ਬੰਨ੍ਹ ਕੇ ਅਟਕਦਾ ਜਿਹੜਾ ਦਰਿਆ ਸੀਗਾ ਉਸ ਇਲਾਕੇ ਨੂੰ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ ਔਰ ਇਸ ਤਰ੍ਹਾਂ ਦੀ ਵਿਉਂਤਬੰਦੀ ਕੀਤੀ ਜੇ ਖਾਲਸਾ ਫੌਜ ਇੱਧਰ ਆਉਂਦੀ ਹੈ ਤੇ ਉਹਨਾਂ ਨੂੰ ਅਟਕ ਦਰਿਆ ਹੀ ਪਾਰ ਨਾ ਕਰਨ ਦਿੱਤਾ ਜਾਏ। ਜੇ ਉਹ ਦਰਿਆ ਪਾਰ ਕਰ ਵੀ ਲੈਣਗੇ ਤੇ ਇੱਕਦਮ ਉਹਨਾਂ ਤੇ ਹਮਲਾ ਕਰ ਦਿੱਤਾ ਜਾਏ ਤੇ ਉਹਨਾਂ ਚੋਂ ਇੱਕ ਵੀ ਜਿਉਂਦਾ ਜਿਹੜਾ ਵਾਪਸ ਬਚ ਕੇ ਨਾ ਜਾ ਸਕੇ। ਇੱਧਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਤੇ ਉਹਨਾਂ ਨੇ ਸਰਦਾਰ ਹਰੀ ਸਿੰਘ ਨਲਵਾ ਨਾਲ ਗੱਲਬਾਤ ਕੀਤੀ ਤੇ ਸਰਦਾਰ ਹਰੀ ਸਿੰਘ ਨਲਵਾ ਜੀ ਕਹਿਣ ਲੱਗੇ ਵੀ ਜੇ ਅਸੀਂ ਇਸ ਮੈਦਾਨ ਨੂੰ, ਇਸ ਜੰਗ ਨੂੰ ਫਤਿਹ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਨਾਲ ਅਕਾਲੀ ਬਾਬਾ ਫੂਲਾ ਸਿੰਘ ਦੇ ਜਥੇ ਨੂੰ ਵੀ ਜ਼ਰੂਰ ਲੈਣਾ ਚਾਹੀਦਾ। ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਅੱਗੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਬੇਨਤੀ ਕੀਤੀ ਤੇ ਉਹ ਵੀ ਇਸ ਜੰਗ ਵਿੱਚ ਜਾਣ ਵਾਸਤੇ ਤਿਆਰ ਹੋ ਗਏ। ਸੋ ਮਹਾਰਾਜਾ ਰਣਜੀਤ ਸਿੰਘ ਜੀ 25,000 ਦੀ ਗਿਣਤੀ ਵਿੱਚ ਫੌਜ ਲੈ ਕੇ ਨਾਲ ਸਰਦਾਰ ਹਰੀ ਸਿੰਘ ਨਲਵਾ, ਅਕਾਲੀ ਬਾਬਾ ਫੂਲਾ ਸਿੰਘ ਜੀ, ਸਰਦਾਰ ਦੇਸਾ ਸਿੰਘ ਮਜੀਠੀਆ, ਹੋਰ ਬਹੁਤ ਸਾਰੇ ਜਿਹੜੇ ਮੁਖੀ ਸਰਦਾਰ ਸਨ ਉਹਨਾਂ ਨੂੰ ਨਾਲ ਲੈ ਕੇ ਨੌਸ਼ਹਿਰੇ ਦੇ ਜਿਹੜਾ ਮੈਦਾਨ ਵੱਲ ਵਧੇ। ਜਦੋਂ ਇਹ ਅਟਕ ਦੇ ਕਿਨਾਰੇ ਤੇ ਪਹੁੰਚੇ ਤੇ ਇਹਨਾਂ ਦੇ ਅਟਕ ਤੇ ਕਿਨਾਰੇ ਤੇ ਪਹੁੰਚਣ ਤੋਂ ਪਹਿਲਾਂ ਹੀ ਸਰਦਾਰ ਹਰੀ ਸਿੰਘ ਨਲਵਾ ਤੇ ਸ਼ਹਿਜ਼ਾਦਾ ਸ਼ੇਰ ਸਿੰਘ ਜੀ ਆਪਣਾ ਜਥਾ ਲੈ ਕੇ ਅਟਕ ਤੋਂ ਪਾਰ ਹੋ ਕੇ ਜਿਹੜਾ ਉਹ ਦੂਜੇ ਪਾਸੇ, ਅਟਕ ਤੋਂ ਜਿਹੜਾ ਉਹ ਪਰਲੇ ਪਾਸੇ ਪਹੁੰਚ ਗਏ। ਜਦੋਂ ਇਹਨਾਂ ਨੇ ਅਟਕ ਪਾਰ ਕੀਤਾ ਤੇ ਜਿਹੜੀ ਫੌਜ ਜ਼ਮਾਨ ਖਾਨ ਤੇ ਸਮਦ ਖਾਨ ਦੀ ਇੱਥੇ ਲੋਕੇ ਬੈਠੀ ਹੋਈ ਸੀ ਉਹਨਾਂ ਨੇ ਉਸ ਪੁਲ ਨੂੰ ਹੀ ਉਡਾ ਦਿੱਤਾ ਤਾਂ ਕਿ ਪਿੱਛੋਂ ਸਰਦਾਰ ਹਰੀ ਸਿੰਘ ਨਲਵਾ ਤੇ ਸ਼ਹਿਜ਼ਾਦਾ ਸ਼ੇਰ ਸਿੰਘ ਦੇ ਜਥੇ ਨੂੰ ਮਦਦ ਨਾ ਪਹੁੰਚ ਸਕੇ ਤੇ ਇੱਕਦਮ ਉੱਥੇ ਜੰਗ ਸ਼ੁਰੂ ਕਰ ਦਿੱਤਾ ਔਰ ਬੜੀ ਖੂਨ ਡੋਲਵੀਂ ਲੜਾਈ ਜਿਹੜੀ ਅਟਕ ਦੇ ਕਿਨਾਰੇ ਤੇ ਦੂਜੇ ਪਾਸੇ ਜਿਹੜੀ ਆ ਉਹ ਸਰਦਾਰ ਹਰੀ ਸਿੰਘ ਨਲਵਾ ਤੇ ਸ਼ਹਿਜ਼ਾਦਾ ਸ਼ੇਰ ਸਿੰਘ ਦੀ ਇਹਨਾਂ ਨਾਲ ਹੋਣ ਲੱਗੀ। ਜਦੋਂ ਮਹਾਰਾਜਾ ਰਣਜੀਤ ਸਿੰਘ ਅਟਕ ਦੇ ਕਿਨਾਰੇ ਤੇ ਪਹੁੰਚੇ ਤੇ ਪੁਲ ਜਿਹੜਾ ਬੇੜੀਆਂ ਦਾ ਪੁਲ ਸੀ ਉਹਨੂੰ ਉਡਾ ਦਿੱਤਾ ਗਿਆ ਸੀ ਔਰ ਇੱਕਦਮ ਐਟ ਏ ਟਾਈਮ ਹੁਣ ਇੱਥੇ ਪੁਲ ਬਣਾਇਆ ਵੀ ਨਹੀਂ ਸੀ ਜਾ ਸਕਦਾ ਤੇ ਇੱਕ ਸੂਈਏ ਨੇ ਆ ਕੇ ਦਰਿਆ ਦੇ ਵਿੱਚੋਂ ਪਾਣੀ ਚੋਂ ਤਰ ਕੇ ਆ ਕੇ ਖਬਰ ਦਿੱਤੀ ਵੀ ਦੂਜੇ ਪਾਸੇ ਬੜਾ ਖੂਨ ਡੋਲਵਾਂ ਜੰਗ ਹੋ ਰਿਹਾ ਹੈ, ਜੇ ਵੇਲੇ ਸਿਰ ਮਦਦ ਨਾ ਪਹੁੰਚੀ ਤੇ ਜਿਹੜਾ ਸਾਡਾ ਜਥਾ ਦੂਜੇ ਪਾਸੇ ਜਾ ਕੇ ਲੜ ਰਿਹਾ ਨਾ ਉਹਨਾਂ ਨੂੰ ਬੜਾ ਭਾਰੀ ਨੁਕਸਾਨ ਉਠਾਉਣਾ ਪਏਗਾ। ਜਦੋਂ ਇਹ ਗੱਲ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਸੁਣੀ ਤੇ ਉਹਨਾਂ ਦੇ ਅੰਦਰ ਰਗਾਂ ਵਿੱਚ ਵਹਿ ਰਿਹਾ ਜਿਹੜਾ ਖੂਨ ਸੀ, ਭਰਾਵਾਂ ਦੇ ਪਿਆਰ ਵਿੱਚ ਇੰਨਾ ਉਛਾਲਾ ਖਾਦਾ, ਬਹੁਤ ਡੂੰਘੇ ਵਗਰੇ ਪਾਣੀ ਦੀ ਪਰਵਾਹ ਕਰਨ ਤੋਂ ਬਿਨਾਂ ਆਪਣੇ ਘੋੜੇ ਨੂੰ ਜਿਹੜਾ ਉਹ ਅਟਕ ਦੇ ਪਾਣੀ ਵਿੱਚ ਠੇਲ ਦਿੱਤਾ ਔਰ ਮਗਰੀ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਜਿੰਨੀ ਫੌਜ ਸੀ ਅਟਕ ਨੂੰ ਪਾਰ ਕਰਕੇ ਦੂਜੇ ਕਿਨਾਰੇ ਤੇ ਜਦੋਂ ਪਹੁੰਚੀ ਤੇ ਸਰਦਾਰ ਹਰੀ ਸਿੰਘ ਨਲਵਾ ਤੇ ਸ਼ਹਿਜ਼ਾਦਾ ਸ਼ੇਰ ਸਿੰਘ ਜੀ ਉਧਰ ਦੁਸ਼ਮਣਾਂ ਦੀ ਫੌਜ ਨਾਲ ਲੜ ਰਹੇ ਸਨ। ਜਦੋਂ ਪਿੱਛੋਂ ਫੌਜ ਪਹੁੰਚ ਗਈ ਔਰ ਬੜੀ ਖੂਨ ਡੋਲਵੀਂ ਲੜਾਈ ਅਟਕ ਦਰਿਆ ਦੇ ਕਿਨਾਰੇ ਤੇ ਹੋਈ, ਜ਼ਮਾਨ ਖਾਨ ਤੇ ਸਮਦ ਖਾਨ ਨੇ ਵੇਖਿਆ ਵੀ ਪਿੱਛੋਂ ਵੀ ਸਿੱਖ ਫੌਜਾਂ ਪਹੁੰਚ ਗਈਆਂ ਨੇ ਤੇ ਮੈਦਾਨ ਛੱਡ ਕੇ ਜਿਹੜਾ ਉਹ ਚਲੇ ਗਏ ਤੇ ਜਾ ਕੇ ਆਪਣੇ ਚਾਚੇ ਦੀ ਫੌਜ ਵਿੱਚ ਦੁਬਾਰਾ ਅਜ਼ੀਮ ਖਾਨ ਦੀ ਫੌਜ ਵਿੱਚ ਜਿਹੜਾ ਜਾ ਕੇ ਰਲ ਗਏ। ਹੁਣ ਨੌਸ਼ਹਿਰੇ ਦੇ ਮੈਦਾਨ ਵਿੱਚ ਇਹਨਾਂ ਨੇ ਫੌਜ ਦੀ ਤਿਆਰੀ ਜਿਹੜੀ ਆ ਸ਼ੁਰੂ ਕਰ ਦਿੱਤੀ। ਇੱਧਰੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਜਿਨ੍ਹਾਂ ਦੀ ਗਿਣਤੀ 25,000 ਸੀ ਤੇ ਦੂਜੇ ਪਾਸੇ ਨੌਸ਼ਹਿਰੇ ਦੇ ਮੈਦਾਨ ਵਿੱਚ ਅਜ਼ੀਮ ਖਾਨ ਜੋ ਕਾਬਲ ਤੋਂ ਆਇਆ ਸੀ ਜਿਹਦੇ ਕੋਲ ਵੀ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਸੀ ਤੇ ਜੰਗ ਦੀ ਤਿਆਰੀ ਹੋਣ ਲੱਗੀ। ਰਾਤ ਗੁਜ਼ਰੀ, ਸਵੇਰੇ ਹੀ ਜਿਹੜਾ ਉਹ ਨਗਾਰਿਆਂ ਤੇ ਚੋਟਾਂ ਵੱਜ ਗਈਆਂ। ਅਕਾਲੀ ਬਾਬਾ ਫੂਲਾ ਸਿੰਘ ਨੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸਾ ਸੋਧਿਆ ਔਰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਸ ਮੈਦਾਨੇ ਜੰਗ ਨੂੰ ਫਤਿਹ ਕਰਕੇ ਅਸੀਂ ਵਾਪਸ ਮੁੜੀਏ। ਇਸ ਤਰ੍ਹਾਂ ਦੀ ਰਹਿਮਤ ਬਖਸ਼ਿਸ਼ ਸਾਡੀ
साडे जथे ते साडी फौज ते अपने सिंघां दे उत्ते करनी। और इधरों आके एक सूईए ने महाराजा रणजीत सिंह नूं खबर दिती बई जिहड़ा काबल दा हाकम है अजीम खान, उन्होंने 10,000 की गिनती विच उहदी मदद लई फौज होर पिछों आ गई है ते 40 तोहफां भी उहदी मदद लई आ गईयां ने। ते सूईए ने यह भी दस्सिया भी जिहड़ा साडा तोहफखाना लाहौर तो आ रहा सी ना, वो अज नहीं पहुँच पाएगा, वो रात नूं पहुँचेगा या हो सकदा वो कल पहुँचे, इस करके उहदे पहुँचण विच देरी है। हुण काली बाबा फूला सिंह अरदास करके अपना जथा लैके, क्योंकि उन्होंने जथे विच 800 घोड़ सवार सन ते कुछ कुछ 100 जिहड़ा वो पैदल सिंह सन काली बाबा फूला सिंह दे जथे विच, ते वो अपना जथा लैके अरदासा सोध के जा चुके सन। ते खबर हुण महाराजा रणजीत सिंह कोल आउंदी है कि तोहफां अपनियां अज पहुँच नहीं रहीआं ते जिहड़ा साडा दुश्मन है उहदे कोल 40 तोहफां ने ते फौज की गिनती भी बहुत ज़्यादा है। महाराजा रणजीत सिंह ये विचारन लगे भी जंग नूं कल ते टाल दिता जाए, नाले साडा तोहफखाना भी पिछों आ जाएगा लाहौर तो, इस करके इस मैदान नूं असीं बड़े सौखे तरीके नाल जित लवांगे। ते उन्होंने अपने घोड़सवार नूं भेजिया कि जाओ काली बाबा फूला सिंह नूं वापस बुला के लियाओ भी जंग कल लड़ांगे, अज नहीं लड़ांगे, इस जंग नूं कल ते टाल दिंदे आ। काली बाबा फूला सिंह नूं जदों बुलाया गया तो उन्हें पूछया महाराजा रणजीत सिंह नूं भी मैनूं वापस क्यों बुलाया गया, तो महाराजा रणजीत सिंह कहण लगे भी जंग कल लड़िया जाएगा, साडा तोहफखाना हाले नहीं पहुँचा। तो काली बाबा फूला सिंह कहण लगे भी मैं तो गुरु रामदास के चरणों च अरदासा सोध चुके हाँ, इस करके मैं वापस तो नहीं मुड़ सकता। गुरु ग्रंथ साहिब का हुक्मनामा लै चुके हाँ, पहला अरदासा सोधिया फिर हुक्मनामा लिया, तो गुरु साहिब का हुक्मनामा भी ये आया कि फतेह साडी होएगी। इस करके मैनूं ये दसो भी तुहाडा भरोसा तोहफखाने ते ज़्यादा है कि गुरु रामदास के चरणों च कीती हुई अरदास ते ज़्यादा है। काली बाबा फूला सिंह महाराजा रणजीत सिंह नूं सवाल कर रहे हैं और कह रहे हैं कि मेरा यकीन गुरु रामदास के चरणों च कीती हुई अरदास ते भरोसा यकीन ज़्यादा है, इस करके मैं वापस नहीं मुड़ांगा। तोहफा भावें अज आउण कल आउण परसों आउण, मैनूं इस गल नाल कोई नहीं फर्क पैंदा। दुश्मनां दी फौज किन्नी गिनती विच है, उन्हां कोल किन्नियां तोहफां ने, मैनूं इस गल नाल भी कोई फर्क नहीं पैंदा। मैनूं ते यकीन है अपने गुरु साहिब ते और कीती हुई अरदास दे उत्ते, इस करके मैं वापस नहीं मुड़ सकदा। काली बाबा फूला सिंह अपना जथा लैके चले गए और जदों काली बाबा फूला सिंह मैदाने जंग विच गए तो उन्होंने बिना किसी तोहफ के गोलियां की परवाह करन तो बिना सीधा ही मैदाने जंग विच जिहड़ा दुश्मन दे वल अगे वधन लगे और महाराजा रणजीत सिंह भी फिर ना रुक सके तो खीर उन्होंने भी अपनी जिहड़ी फौज है मैदाने जंग विच भेजनी पई। काली बाबा फूला सिंह जी गोलियां दी मींह विच और तोहफां दे मूँह विचों निकलदी अग दी बिना परवाह करन तो दुश्मन वल वधदे गए। एक गोली आप जी दे गोडे नूं छूंदी हुई आप दे घोड़े दे पेट विच जाके वजी, घोड़ा जमीन ते डिग पिया। काली बाबा फूला सिंह एक हाथी दे उत्ते सवार हो गए और बहुत सारे दुश्मनां दे आहू ला सुट्टे, बहुत सारे सैनिकां नूं मिट्टी विच मिला दिता और सीधा दुश्मन वल वधदे गए। इन्नी बहादरी नाल लड़े, पिछों फौज भी आ गई, शहजादा खड़क सिंह भी पहुँच गए और वाहिगुरू ने गुरु रामदास ने इस तरह की बख्शिश की कि तोहफखाना भी एंड टाइम के उत्ते जिहड़ा वो पहुँच गया। और जदों इन्नी बहादरी नाल काली बाबा फूला सिंह ने इन्नी फुर्ती नाल हमला किया, जिहड़े गाजी काबल वालों लड़न वास्ते आए सन उन्होंने पैर उखड़ गए, मैदान छड्ड के भजना उन्होंने शुरू कर दिता। ते साध संगत जी, काली बाबा फूला सिंह जी ने बहुत सारे वैरियां नूं जिहड़ा वो नेस्तों नबूद किया और बड़ी बहादरी नाल इस मैदाने जंग विच लड़े। जदों बहुत सारे दुश्मन मैदान छड्ड के भजन लगे और खालसे की जित होने लगी तो काली बाबा फूला सिंह अपना जथा लैके इन्हां गाजियां दे पिछे पिछे ताकि इन्हां नूं बहुत दूर तक छड्ड के आया जा सके और वापस कदे इस इलाके वाले मूँह ना करन। जदों पिछा कर रहे सन तो एक जिहड़ा सैनिक दुश्मनां दा सैनिक जिहड़ा एक गाजी एक पत्थर दे ओले लुकिया बैठा सी, उन्हें एकदम काली बाबा फूला सिंह दे उत्ते जिहड़ा गोली चला दी। काली बाबा फूला सिंह नूं आके वो गोली वजी तो काली बाबा फूला सिंह जी इसे मैदाने जंग विच जिहड़ा वो शहीद हो गए। जंग फतेह होया, नौशहरे की जंग नूं जित लिया। महाराजा रणजीत सिंह नूं जदों पता लगा कि जंग फतेह होया, वो बड़े प्रसन्न होए, पर जदों ये भी खबर नाल मिली कि काली बाबा फूला सिंह जी शहीद हो गए ने ते महाराजा रणजीत सिंह जी रोण लग पे, नेत्रां दे विचों जल वहण लग पिया ते कहण लगे बेशक असीं नौशहरे दा जंग फतेह कर लिया है, पर अपनी कौम दा, अपने देश दा, अपने खालसे राज दा एक बड़ा कीमती ते अनमुल्ला हीरा
मैं इस नौशहरे दे जंग दे विच वार के अज तुर चलिया। लुंडे दरिया के किनारे ते काली बाबा फूला सिंह जी के पवित्र देह का संस्कार किया गया। नौशहरे का जंग फतेह होया ते काली बाबा फूला सिंह जी भी नौशहरे के मैदान में शहीद होए। काली बाबा फूला सिंह दे जदों असीं पूरे जीवन नूं विचारदे हां, क्योंकि उन्हां दा जिहड़ा जन्म सी सन 1761 विच होया सी ते सन 1823 दे विच जिहड़ा उन्हां ने अपना शरीर नौशहरे दे मैदान विच छड्डिया। ते पूरा जदों जीवन विचारदे हां ते पूरा जीवन उन्हां दा सूरमताई नाल भरिया होया। ये एक उन्हां दा बड़ा वड्डा गुण सी। जदों असीं उन्हां दे पूरे गुणां दी गल करदे हां, पूरे जीवन की गल करते हैं, तो उन्होंने सूरमताई इन्नी सी, भावें कसूर का जंग लड़िया, मुल्तान स्पैशल तौर पर महाराजा रणजीत सिंह उन्होंने अमृतसर साहब तो बुला के लैके गए जदों मुल्तान का किला फतेह नहीं सी हो रहा, तो उदों भी आप जी ने जाके मुल्तान फतेह किया। कश्मीर नूं आप जी ने फतेह करने में बड़ा वड्डा योगदान पाया, पिशावर नूं फतेह किया। बड़ियां वड्डियां वड्डियां मुहिमां विच काली बाबा फूला सिंह ने योगदान पाया और अखीरला जंग उन्हां जिहड़ा नौशहरे का जंग लड़िया उहदे विच भी जित प्राप्त हुई, खालसा राज नूं जित मिली और काली बाबा फूला सिंह जी शहीद। और इत्थों एक गुण उन्हां दा साफ झलकदा है कि उन्होंने कदे इस गल की परवाह ही नहीं की कि दुश्मनां दी फौज विच किन्नी गिनती है, उन्हां कोल किन्नियां तोहफां ने, साडी फौज की किन्नी गिनती है। कदे वो ढैंदी कला विच आए ही नहीं। पूरा जीवन उन्हां दा चढ़दी कला विच बीतिया और बिना किसी परवाह करन तो, बिना तोहफां की परवाह तो, बिना गोलियां की परवाह तो, बिना दुश्मन की फौज की परवाह तो काली बाबा फूला सिंह अपना जत्था लैके हमेशा वो कोई भी जंग होए हमेशा अगे वधदे रहे ते जित के जिहड़ा वापस मुड़दे रहे। ये उन्हां दा बड़ा वड्डा गुण सी। जदों असीं कौम के प्रचार की गल करिए तो इहदे विच भी उन्होंने बड़ा वड्डा योगदान पाया। कहिंदे काली बाबा फूला सिंह कोल हमेशा एक नाल खंडा बाटा भी रहिंदा सी। नगरां विच जाके, पिंडां च जाके, बहुत सारे इलाकिਆਂ च जाके उन्होंने बहुत सारे लोगों को अमृत की दात दे के भी जिहड़ा गुरु गोबिंद सिंह महाराज दे चरनां नाल जोड़िया और अमृत का कितना सत्कार करते सन। कहिंदे एक बारी ना एक सिख ने जिन्हें काली बाबा फूला सिंह के हत्थों अमृत पान किया सी ते उन्हें अमृत भंग कर दिता। काली बाबा फूला सिंह नूं पता लगा तो उन्होंने बुलाया। जदों बुलाया गया तो सिख नूं पुछया भी तू अमृत क्यों भंग कर दिता है, तो उन्हें अगों बड़े बोल कबोल बोलने शुरू कर दिते। तो काली बाबा फूला सिंह बड़े जोश में आके कहन लगे तेनों पता नहीं जिहड़ा गुरु गोबिंद सिंह महाराज का तेनों अमृत दिता ना, तू इनू व्यर्थ ना समझी, तो यह भी ना समझी भी इनू व्यर्थ जान देवांगे, असीं अंजाई ही जान देवांगे। इस करके तेरियां अखां दे विच भी असीं अमृत दे छट्टे मारे सी, अखां भी सानू दे। तेरी जुबान के उत्ते भी अमृत के छट्टे मारे सी, तेरे मुख विच अमृत पाया सी, वो सानू जुबान भी दे दे, ये हथ भी दे दे। और काली बाबा फूला सिंह कहन लगे तेरे शरीर नूं कोलू विच पीड़ के जिहड़ी रत निकलेगी ना, उन्होंने भी असीं सारे सिंघां ने पी लैणा। गुरु गोबिंद सिंह महाराज के अमृत नूं असीं व्यर्थ नहीं जाण देवांगे। काली बाबा फूला सिंह ने जदों ये बचन सुने ना, वो सिख बाबा जी के चरनां 'च डिग पिया ते माफ़ी मंगन लगा, कहिंदा माफ़ कर दिओ। कहिंदे फिर वो दोबारा अमृत की दात लैके सिंह सजिया ते पूरा जीवन वो गुरु का सिंह बन के उन्हें अपना जीवन बतीत किया। काली बाबा फूला सिंह अमृत का कितना सत्कार करते सी, पर उन्हां दा खौफ कितना सी वो भी सानू इस घटना दे विचों साफ जिहड़ा वो नज़र आउंदा है। काली बाबा फूला सिंह गुरबाणी का कितना सत्कार करते सी, तुसीं उन्हां दी जीवनी च सुनिया ही है। जदों एक अंग्रेज ऑफिसर अमृतसर साहब च आया सी तो उत्थे कीर्तन हो रहा सी, तो जदों उत्थे शोर शराबा होया तो काली बाबा फूला सिंह जी ने जाके सज़ा दी। कौम का दर्द कितना सीगा जदों उन्होंने एक मिस्टर वाइट जिहड़ा एक अंग्रेज ऑफिसर सी, जदों पता लगा भी ये पंजाब के नक्शे तैयार कर रहे हैं, बेशक वो सच्ची घटना सी या अफवाह सी, पर काली बाबा फूला सिंह अंदर पंजाब लई कितना दर्द सी, उहदे ते जाके आप जी ने हमला करने की तैयारी कर दी। तो कौम उन्हों का कितना सत्कार करती सी। कई बारी फौजां उन्होंने गिरफ्तार करने वास्ते भी आईयां, पर जदों उन्होंने सामने फौज गई तो हथियार सुट दिते। जुड़त ही ना पई किसी की भी काली बाबा फूला सिंह नूं जाके हथकड़ियां ला लईए, बेड़ियां पा लईए या उन्होंने गिरफ्तार कर लईए। काली बाबा फूला सिंह जी उत्थे नाल एक चंगे प्रबंधक भी सन। जदों उन्होंने निहंग सिंघां दी जथेबंदी नूं संभालिया तो किसी की जुड़त ना पई कि उन्होंने विरुद्ध बोल सके। अमृतसर साहब का प्रबंध उन्होंने बड़े सोहने तरीके नाल चलाया। दमदमा साहब विच जाके सेवा निभाईयां, आनंदपुर साहब के गुरुद्वारियां च भी आप जी सेवावां निभाउंदे रहे। और जदों पिशावर नूं फतेह कीता उत्थे भी कुछ समा आप जी ने बड़े सोहने तरीके नाल प्रबंध चलाया। इस करके काली बाबा फूला सिंह एक बड़े चंगे ते सियाणे जिहड़े एक प्रबंधक ते आगू भी सन।
ਤੇ ਅਖੀਰ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਦੀਆਂ ਰਗਾਂ ਦੇ ਵਿੱਚ ਕੌਮ ਦਾ ਇੰਨਾ ਜ਼ਿਆਦਾ ਦਰਦ ਸੀ, ਇੰਨਾ ਪ੍ਰੇਮ ਸੀ, ਤੇ ਉਹ ਸਦਾ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਹੁੰਦੇ ਸਨ ਕਿ ਪੰਥ ਪਹਿਲਾਂ, ਬਾਕੀ ਚੀਜ਼ਾਂ ਸਾਰੀਆਂ ਬਾਅਦ ਵਿੱਚ। ਇੱਥੋਂ ਇਹ ਸਾਫ਼ ਪ੍ਰਗਟ ਹੁੰਦਾ ਹੈ ਕਿ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਕੋਈ ਨਹੀਂ ਹੋ ਸਕਦਾ। ਇਸ ਕਰਕੇ ਸਾਡੇ ਆਗੂਆਂ ਨੂੰ, ਸਾਡੀ ਕੌਮ ਨੂੰ, ਸਾਡੇ ਜਥੇਦਾਰਾਂ ਨੂੰ, ਸਾਡੇ ਪ੍ਰਬੰਧਕਾਂ ਨੂੰ ਅਕਾਲੀ ਬਾਬਾ ਫੂਲਾ ਸਿੰਘ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਉਹਨਾਂ ਦੇ ਜੀਵਨ ਵਿੱਚ ਜਿਹੜੇ ਚੰਗੇ ਗੁਣ ਨੇ ਨਾ, ਉਹ ਆਪਣੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਵੇਂ ਉਹਨਾਂ ਨੇ ਕਦੇ ਕਿਸੇ ਦੀ ਪਰਵਾਹ ਨਹੀਂ ਕੀਤੀ, ਕੌਮ ਨੂੰ ਹਮੇਸ਼ਾ ਸਭ ਤੋਂ ਉੱਪਰ ਰੱਖਿਆ, ਕੌਮ ਦੇ ਪ੍ਰੇਮ ਨੂੰ ਸਭ ਤੋਂ ਉੱਤੇ ਰੱਖਿਆ, ਗੁਰਦੁਆਰਿਆਂ ਦਾ ਪ੍ਰਬੰਧ ਸੋਹਣੇ ਤਰੀਕੇ ਨਾਲ ਚਲਾਇਆ, ਔਰ ਜੇ ਕਿਤੇ ਮੈਦਾਨੇ ਜੰਗ ਵਿੱਚ ਵੀ ਗਏ ਤੇ ਉਹ ਮੈਦਾਨ ਫਤਿਹ ਕਰਕੇ ਆਏ। ਸੋ ਅਕਾਲੀ ਬਾਬਾ ਫੂਲਾ ਸਿੰਘ ਜੀ ਸਿੱਖ ਕੌਮ ਦੀਆਂ ਜਿਹੜੀਆਂ ਮਹਾਨ ਹਸਤੀਆਂ ਹੋਈਆਂ ਨੇ, ਮਹਾਨ ਸ਼ਖਸੀਅਤਾਂ ਹੋਈਆਂ ਨੇ, ਉਹਨਾਂ ਦੇ ਵਿੱਚੋਂ ਇਹ ਵੀ ਇੱਕ ਨੇ। ਸਾਡੀ ਕੌਮ ਦੇ ਇੱਕ ਅਨਮੁੱਲੇ ਹੀਰੇ, ਸਾਡੀ ਕੌਮ ਦੇ ਇੱਕ ਮਹਾਨ ਰਤਨ ਅਕਾਲੀ ਬਾਬਾ ਫੂਲਾ ਸਿੰਘ ਜੀ, ਜਿਨ੍ਹਾਂ ਦੇ ਜੀਵਨ ਨੂੰ ਮੈਂ ਆਪ ਜੀ ਦੇ ਸਾਹਮਣੇ ਰੱਖਿਆ। ਉਮੀਦ ਕਰਦਾ ਕਿ ਇਹ ਵੀਡੀਓ ਤੁਹਾਡੀ ਕੌਮ ਦੇ ਇਸ ਮਹਾਨ ਜਰਨੈਲ, ਮਹਾਨ ਆਗੂ ਦੇ ਜੀਵਨ ਨੂੰ ਸਮਝਣ ਵਿੱਚ ਬਹੁਤ ਜ਼ਿਆਦਾ ਮਦਦ ਕਰੇਗੀ। ਸੋ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਤਾਂ ਕਿ ਗੁਰਬਾਣੀ ਔਰ ਇਸ ਤਰ੍ਹਾਂ ਦੇ ਮਹਾਨ ਸਿੱਖ ਆਗੂਆਂ ਦੇ ਜੀਵਨ ਦੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।